ਸਤਿ ਸ਼੍ਰੀ ਅਕਾਲ ਦੋਸਤੋ, ਮੈਂ ਹਾਂ ਸਵਰਨ ਸਿੰਘ ਟੈਣਾ। ਤੁਸੀਂ ਦੇਖ ਰਹੇ ਹੋ ਪ੍ਰਾਈਮ ਏਸ਼ੀਆ ਟੀਵੀ ਤੇ ਹਰ ਰੋਜ਼ ਦੀ ਤਰ੍ਹਾਂ ਹੀ ਪ੍ਰੋਗਰਾਮ ਖਬਰ ਦੀ ਖਬਰ ਲੈ ਕੇ ਹਾਜ਼ਰ ਹਾਂ। ਪਹਿਲੀ ਵੱਡੀ ਖਬਰ ਦੇ ਵੱਲ ਜਾਣ ਤੋਂ ਪਹਿਲਾਂ ਪੰਜਾਬ ਦੇ ਮੌਸਮ ਦੀ ਹਾਲ ਬਿਆਨੀ ਕਰਨੀ ਬਣਦੀ ਹੈ। ਲੰਘੇ ਕੱਲ੍ਹ ਪੰਜਾਬ ਦੇ ਵਿੱਚ ਧੂੜ ਭਰੀ ਹਵਾ ਚੱਲਦੀ ਰਹੀ ਹੈ। ਮੌਸਮ ਵਿਭਾਗ ਨੇ ਇਹ ਗੱਲ ਕਹੀ ਹੈ ਕਿ ਰਾਜਸਥਾਨ ਦੇ ਵਿੱਚ ਧੂੜ ਭਰੀ ਹਨੇਰੀ ਇਸ ਵਕਤ ਚੱਲ ਰਹੀ ਹੈ ਗਰਦ ਵਾਲੀ, ਜਿਹਦਾ ਅਸਰ ਪੰਜਾਬ ਦੇ ਵਿੱਚ ਵੀ ਦੇਖਣ ਨੂੰ ਮਿਲ ਰਿਹਾ। ਤੇ ਇਹ ਵੀ ਪਤਾ ਲੱਗਾ ਕਿ ਹਿਮਾਚਲ ਪ੍ਰਦੇਸ਼ ਦੇ ਕੁਝ ਹਿੱਸਿਆਂ ਦੇ ਵਿੱਚ ਮੀਂਹ ਪਿਆ ਤੇ ਉਹਦਾ ਵੀ ਅਸਰ ਪੰਜਾਬ ਦੇ ਵਿੱਚ ਤੇ ਹੋਰ ਥਾਵਾਂ ਦੇ ਉੱਤੇ ਮੈਦਾਨੀ ਖੇਤਰ ਦੇ ਵਿੱਚ ਪਿਆ, ਜਿਹਦੇ ਕਰਕੇ ਗਰਮੀ ਥੋੜ੍ਹੀ ਜਿਹੀ ਘਟੀ ਹੈ ਪਿਛਲੇ 2 ਹਫ਼ਤਿਆਂ ਦੇ ਮੁਕਾਬਲਤਨ। ਮੌਸਮ ਵਿਭਾਗ ਦੇ ਵੱਲੋਂ ਇਹ ਗੱਲ ਕਹੀ ਗਈ ਹੈ ਕਿ ਆਉਂਦੇ 4 ਦਿਨ ਪੰਜਾਬ ਦਾ ਮੌਸਮ ਇਵੇਂ ਹੀ ਪਲਟੀ ਮਾਰ ਸਕਦਾ ਹੈ। ਤੇ ਇਹ ਵੀ ਪਤਾ ਲੱਗਾ ਜੀ ਕੁਝ ਥਾਵਾਂ ਦੇ ਉੱਤੇ ਕਿਣਮਿਣ ਹੋ ਸਕਦੀ ਹੈ, ਕੁਝ ਥਾਵਾਂ ਦੇ ਉੱਤੇ ਬੂੰਦਾਬਾਂਦੀ ਦੀ ਸੰਭਾਵਨਾ ਪ੍ਰਗਟ ਕੀਤੀ ਗਈ ਹੈ। ਹਾਲਾਂਕਿ ਜਿਸ ਤਰੀਕੇ ਦੇ ਨਾਲ ਖੇਤਾਂ ਦੇ ਵਿੱਚ ਕਿਸਾਨ ਰੁੱਝੇ ਹੋਏ ਆ, ਜਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਵਾਢੀ ਦਾ ਕੰਮ ਸ਼ੁਰੂ ਹੋ ਚੁੱਕਿਆ, ਜਿੱਥੇ ਨਹੀਂ ਹੋਇਆ ਉੱਥੇ ਜਿਹੜੀ ਫਸਲ ਆ, ਕਣਕ ਆ ਜਿਹੜੀ, ਉਹ ਪੱਕਣ ਦੇ ਉੱਤੇ ਆਈ ਹੋਈ ਹੈ। ਸੋ ਇਸ ਕਰਕੇ ਇਸ ਵਕਤ ਮੀਂਹ ਕਣੀ ਬਹੁਤ ਨੁਕਸਾਨਦਾਇਕ ਸਾਬਤ ਹੋ ਸਕਦਾ। ਸੋ ਇਸ ਕਰਕੇ ਮੌਸਮ ਵਿਭਾਗ ਦੀ ਜੋ ਭਵਿੱਖਬਾਣੀ ਆ ਉਹ ਕਿੰਨੀ ਕੁ ਸਹੀ ਸਾਬਤ ਹੁੰਦੀ ਆ ਕੁਝ ਕਹਿ ਨਹੀਂ ਸਕਦੇ, ਪਰ ਡਰ ਹੈ ਇਸ ਗੱਲ ਦਾ ਵੀ ਜੇਕਰ ਕਿਤੇ ਮੌਸਮ ਨੇ ਪਲਟੀ ਮਾਰੀ, ਕੁਦਰਤ ਦੀ ਕਰੋਪੀ ਹੋਈ ਤਾਂ ਉਹਦੇ ਨਾਲ ਨੁਕਸਾਨ ਚੋਖਾ ਹੋ ਸਕਦਾ। ਸੋ ਇਸ ਕਰਕੇ ਨਾ ਹੋਵੇ, ਇਹਦੀ ਅਸੀਂ ਕਾਮਨਾ ਕਰਦੇ ਹਾਂ। ਹੁਣ ਜਿਹੜੀ ਪਹਿਲੀ ਵੱਡੀ ਖਬਰ ਹੈ ਉਹ ਕੇਂਦਰ ਸਰਕਾਰ ਦੀਆਂ ਚਾਲਾਂ ਦੇ ਨਾਲ ਜੁੜੀ ਹੋਈ ਹੈ। ਲੰਘੇ ਕੱਲ੍ਹ ਭਾਰਤ ਦੇ ਵੱਖ-ਵੱਖ ਸੂਬਿਆਂ ਦੇ ਵਿੱਚ FCI ਦਫ਼ਤਰਾਂ ਦਾ ਘਿਰਾਓ ਕੀਤਾ ਗਿਆ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਦੇ ਉੱਤੇ। ਸੰਯੁਕਤ ਕਿਸਾਨ ਮੋਰਚੇ ਦੇ ਵੱਲੋਂ ਪਿਛਲੇ ਦਿਨੀਂ ਸੱਦਾ ਦਿੱਤਾ ਗਿਆ ਸੀ ਕਿ FCI ਅਦਾਰੇ ਦਾ ਘਿਰਾਓ ਕੀਤਾ ਜਾਊਗਾ। ਇਹਨਾਂ ਦੇ ਸਮੁੱਚੇ ਦਫ਼ਤਰਾਂ ਦਾ ਹਰ ਸ਼ਹਿਰ, ਹਰ ਸੂਬੇ ਦੇ ਵਿੱਚ ਘਿਰਾਓ ਕਰਨਾ ਤੇ ਕੀਤਾ ਵੀ ਗਿਆ, ਸਵੇਰ ਦੇ ਵੇਲੇ ਤੋਂ ਲੈ ਕੇ ਆਥਣ ਦੇ ਵੇਲੇ ਤੱਕ। ਕਾਰਨ ਅਸਲ ਦੇ ਵਿੱਚ ਇਹ ਆ ਵੀ ਕੇਂਦਰ ਦੀ ਸਰਕਾਰ ਨੇ ਨਵੀਂ ਕਿਤਿਤ ਕੀਤੀ ਹੈ, ਕਿਉਂਕਿ ਕਿਸਾਨ ਕਹਿੰਦਾ ਜੀ ਕਿ ਸਾਨੂੰ ਆੜ੍ਹਤੀਆਂ ਦੇ ਨਾਲ ਕੰਮ ਕਰਨ ਦੇ ਵਿੱਚ ਅੜਿੱਕਾ ਕੋਈ ਨਹੀਂ। ਕਿਸਾਨ ਕਹਿੰਦਾ ਵੀ ਸਾਡੀ ਸਾਂਝ ਆ ਜਿਹੜੀ ਪੀੜ੍ਹੀ ਆ, ਅਸੀਂ ਦਹਾਕਿਆਂ ਤੋਂ ਚੱਲਦੇ ਆਏ ਆ। ਆੜ੍ਹਤੀਏ ਸਾਡੀ ਮਿੰਨੀ ਬੈਂਕ ਆ, ਕਿਉਂਕਿ ਜਿੰਨੇ ਕੁ ਪੈਸਿਆਂ ਦੀ ਲੋੜ ਹੁੰਦੀ ਆ ਅਸੀਂ ਇਹਨਾਂ ਦੇ ਕੋਲੋਂ ਲੈ ਲੈਂਦੇ ਆ। ਤੇ ਇਹ ਗੱਲ ਕਹੀ ਆ ਕਿਸਾਨਾਂ ਨੇ ਨਿੱਠ ਕੇ ਕਿ ਸਾਨੂੰ ਕੇਂਦਰ ਦੇ ਨਿਯਮ ਇਹ ਮਨਜ਼ੂਰ ਨਹੀਂ। ਕੇਂਦਰ ਦੀ ਸਰਕਾਰ ਵੀ ਇਹ ਗੱਲ ਕਹਿੰਦੀ ਆ ਕਿ ਅਸੀਂ ਇਹ ਮਨਜ਼ੂਰ ਕਰਵਾ ਕੇ ਹੀ ਰਹਾਂਗੇ। ਪੰਜਾਬ ਦੀ ਸਰਕਾਰ ਦੇ ਵੱਲੋਂ ਚਿੱਠੀਆਂ ਪਾਉਣ ਦਾ ਸਿਲਸਿਲਾ ਸ਼ੁਰੂ ਕੀਤਾ ਗਿਆ। ਕੈਪਟਨ ਸਾਹਿਬ ਫਿਰ ਕਹਿੰਦੇ ਜੀ ਕਿ ਮੈਂ ਪ੍ਰਧਾਨ ਮੰਤਰੀ ਸਾਹਿਬ ਨੂੰ ਚਿੱਠੀ ਲਿਖੀ ਹੈ, ਉਹਨਾਂ ਨੂੰ ਮੈਂ ਮਿਲਣਾ ਚਾਹੁੰਦਾ, ਉਹਨਾਂ ਨੂੰ ਸਮਝਾਉਣਾ ਚਾਹੁੰਦਾ ਕਿ ਪੰਜਾਬ ਦੇ ਕਿਸਾਨ, ਆੜ੍ਹਤੀਏ ਤੇ ਮਜ਼ਦੂਰ ਚਾਹੁੰਦੇ ਕੀ ਆ। ਪਤਾ ਨਹੀਂ ਚਿੱਠੀ ਦਾ ਕੀ ਮਸਲਾ ਹੈਗਾ, ਪਰ ਜੋ ਕਿਸਾਨ ਨੇ ਉਹ ਵਿਚਾਰੇ ਡਟੇ ਹੋਏ ਆ ਤੇ ਡਟਣਾ ਵੀ ਚਾਹੀਦਾ। ਜਿਹੜੇ ਵੀ ਗੈਰਤਮੰਦ ਲੋਕ ਨੇ ਉਹ ਇਸ ਵਕਤ ਗਲਤ ਨੂੰ ਗਲਤ ਕਹਿਣ ਦਾ ਜਜ਼ਬਾ ਰੱਖਦੇ ਆ। ਪਰ ਜਦੋਂ ਹੁਣ ਕਿਸਾਨਾਂ ਦੇ ਵੱਲੋਂ ਅਗਲੇ ਪ੍ਰੋਗਰਾਮ ਵੀ ਉਲੀਕੇ ਗਏ ਆ ਤਾਂ ਉਹਦੇ ਵਿੱਚ 13 ਅਪ੍ਰੈਲ ਦੇ ਮੌਕੇ ਖਾਲਸੇ ਦਾ ਸਾਜਨਾ ਦਿਵਸ ਹੁੰਦਾ, ਕਿਉਂਕਿ ਇਸ ਕਰਕੇ ਬਾਰਡਰਾਂ ਦੇ ਉੱਤੇ ਵਿਸਾਖੀ ਮਨਾਈ ਜਾਣੀ ਆ। ਤੇ 14 ਤਰੀਕ ਨੂੰ ਯਾਨੀ ਕਿ 14 ਅਪ੍ਰੈਲ ਨੂੰ ਬਾਰਡਰਾਂ ਦੇ ਉੱਤੇ ਸੰਵਿਧਾਨ ਦਿਵਸ ਮਨਾਇਆ ਜਾਣਾ, ਕਿਉਂਕਿ ਖਤਰੇ ਦੇ ਵਿੱਚ ਸੰਵਿਧਾਨ ਵੀ ਪਿਆ ਹੋਇਆ ਇਸ ਵਕਤ। ਆਪਾਂ ਜਾਣਦੇ ਬਹੁਤ ਸਾਰੀਆਂ ਖਬਰਾਂ ਇਸ ਵਕਤ ਆ ਰਹੀਆਂ। ਇਸ ਤੋਂ ਇਲਾਵਾ 1 ਮਈ ਨੂੰ ਜਿਹੜਾ ਉਹ ਮਈ ਦਿਹਾੜਾ ਮਨਾਇਆ ਜਾਣਾ, ਕਿਰਤੀਆਂ ਦਾ ਦਿਹਾੜਾ, ਕਿਰਤ ਦਿਵਸ ਮਨਾਇਆ ਜਾਣਾ। ਤੇ ਇਹ ਵੀ ਗੱਲ ਕਹੀ ਗਈ ਹੈ ਜੀ ਕਿ ਅਸੀਂ ਮਈ ਦੇ ਪਹਿਲੇ ਹਫ਼ਤੇ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ, ਲੱਖਾਂ ਦੀ ਗਿਣਤੀ ਦੇ ਵਿੱਚ ਕਿਸਾਨ ਆ ਜਿਹੜੇ ਉਹ ਸੰਸਦ ਦੇ ਵੱਲ ਪੈਦਲ ਮਾਰਚ ਕਰਨਗੇ। ਕੁਝ ਕੁ ਪੱਤਰਕਾਰਾਂ ਦੇ ਵੱਲੋਂ ਇਸ ਗੱਲ ਨੂੰ ਤੋੜ ਮਰੋੜ ਕੇ ਪੇਸ਼ ਕੀਤਾ ਜਾ ਰਿਹਾ ਕਿ ਕਿਸਾਨ ਪਹਿਲੇ ਹੀ ਹਫ਼ਤੇ ਦੇ ਵਿੱਚ, ਮਈ ਦੇ ਪਹਿਲੇ ਹਫ਼ਤੇ ਦੇ ਵਿੱਚ ਜਾ ਕੇ ਸੰਸਦ ਦਾ ਘਿਰਾਓ ਕਰਨਗੇ, ਸੰਸਦ ਦੇ ਮੂਹਰੇ ਧਰਨਾ ਲਾ ਰਹਿਣਗੇ। ਪਰ ਰਾਜੇਵਾਲ ਹੋਰਾਂ ਦੇ ਵੱਲੋਂ, ਉਗਰਾਹਾਂ ਸਾਹਿਬ ਦੇ ਵੱਲੋਂ, ਬਾਕੀ ਜਿਹੜੇ ਕਿਸਾਨ ਆਗੂ ਆ ਉਹਨਾਂ ਦੇ ਵੱਲੋਂ ਇਹ ਗੱਲ ਆਖੀ ਗਈ ਹੈ ਕਿ ਇੱਦਾਂ ਦਾ ਕੋਈ ਪ੍ਰੋਗਰਾਮ ਨਹੀਂ, ਗੱਲ ਤੋੜ ਮਰੋੜ ਕੇ ਨਾ ਪੇਸ਼ ਕੀਤੀ ਜਾਵੇ। ਅਸੀਂ ਪੈਦਲ ਮਾਰਚ ਕਰਨ ਦੀ ਗੱਲ ਕੀਤੀ ਹੈ, ਨਾ ਕਿ ਅਸੀਂ ਉੱਥੇ ਜਾ ਕੇ ਕੁਝ ਹੋਰ ਪੇਸ਼ ਕਰੀਏ। ਇਹਦੇ ਬਾਬਤ ਹਾਲੇ ਤੱਕ ਕੋਈ ਯੋਜਨਾ ਨਹੀਂ ਹੈ। ਪਰ ਉਸ ਤੋਂ ਅਗਲੀ ਗੱਲ ਇਹ ਹੈ ਵੀ ਕੇਂਦਰ ਦੀ ਸਰਕਾਰ ਦੇ ਵੱਲੋਂ ਪੰਜਾਬ ਦੀ ਕਿਸਾਨੀ ਨੂੰ ਬਦਨਾਮ ਕਰਨ ਦੇ ਲਈ ਇੱਕ ਨਵੀਂ ਚਾਲ ਚੱਲੀ ਗਈ ਸੀ ਪਿਛਲੇ ਦਿਨੀਂ। ਕੇਂਦਰ ਦੇ ਗ੍ਰਹਿ ਵਿਭਾਗ ਦੇ ਵੱਲੋਂ ਪੰਜਾਬ ਦੇ DGP ਨੂੰ ਤੇ ਪੰਜਾਬ ਦੇ ਪ੍ਰਮੁੱਖ ਸਕੱਤਰ ਨੂੰ ਇੱਕ ਚਿੱਠੀ ਲਿਖੀ ਜਾਂਦੀ ਹੈ। ਇਸ ਚਿੱਠੀ ਦੇ ਵਿੱਚ ਇਹ ਗੱਲ ਕਹੀ ਜਾਂਦੀ ਹੈ ਜੀ ਕਿ ਪੰਜਾਬ ਦੇ ਸਰਹੱਦੀ ਜ਼ਿਲ੍ਹੇ ਜਿਹੜੇ, ਭਾਵੇਂ ਫਿਰੋਜ਼ਪੁਰ ਹੋਵੇ, ਫਾਜ਼ਿਲਕਾ ਹੋਵੇ, ਗੁਰਦਾਸਪੁਰ ਹੋਵੇ, ਤਰਨਤਾਰਨ ਹੋਵੇ ਜਾਂ ਹੋਰ ਹੋਣ, ਉੱਥੋਂ ਦੇ ਕਿਸਾਨਾਂ ਦੇ ਵੱਲੋਂ ਵੱਡੀ ਪੱਧਰ ਦੇ ਉੱਤੇ ਪ੍ਰਵਾਸੀ ਮਜ਼ਦੂਰਾਂ ਨੂੰ ਬੰਦੂਆ ਮਜ਼ਦੂਰ ਬਣਾਇਆ ਜਾਂਦਾ, ਨਸ਼ੇ ਦੇ ਆਦੀ ਕੀਤਾ ਜਾਂਦਾ ਹੈ, ਉਹਨਾਂ ਦੇ ਕੋਲੋਂ ਜ਼ਬਰਦਸਤੀ ਕੰਮ ਲਿਆ ਜਾਂਦਾ ਹੈ, ਰੋਟੀ ਟੁੱਕ ਵੇਲੇ ਸਿਰ ਨਹੀਂ ਮਿਲਦਾ, ਉਹਨਾਂ ਦੇ ਮਨੁੱਖੀ ਅਧਿਕਾਰ ਖੋਹੇ ਗਏ ਆ। ਇਹ ਗੱਲ ਕਹੀ ਗਈ ਜੀ ਕਿ BSF ਦੇ ਵੱਲੋਂ 58 ਇਹੋ ਜਿਹੇ ਪ੍ਰਵਾਸੀ ਮਜ਼ਦੂਰ ਜਿਹੜੇ ਕਿ ਫੜ ਕੇ ਤੇ ਛੁਡਵਾਏ ਗਏ, ਜਿਹੜੇ ਬੰਦੀ ਬਣਾਏ ਗਏ ਸੀਗੇ। ਹੁਣ ਪੰਜਾਬ ਦੀ ਸਰਕਾਰ ਨੇ ਇਸ ਮਾਮਲੇ ਦੇ ਉੱਤੇ ਪੜਤਾਲ ਕਰਵਾਈ, ਜਿਵੇਂ ਕਿ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ। ਉਹਨਾਂ ਨੇ ਕਿਹਾ ਜੀ ਕਿ ਜਿਹੜੇ 58 ਦੀ ਗੱਲ ਕਰਦੇ ਉਹਦੇ ਵਿੱਚੋਂ ਕਈ ਤਾਂ ਕੁਛ ਕੁ ਦਿਨ ਪਹਿਲਾਂ ਹੀ ਆਏ ਸੀ ਆਪੋ ਆਪਣੇ ਪਿੰਡਾਂ ਦੇ ਵਿੱਚੋਂ ਹੋ ਕੇ। ਉਹਨਾਂ ਨੂੰ ਕਿਹਨੇ ਬੰਦੂਆ ਬਣਾ ਲਿਆ ਜਿਹੜੇ ਕੁਝ ਹਫ਼ਤੇ ਪਹਿਲਾਂ ਆਏ ਆ। ਕੁਝ ਕੁ ਦੀ ਮਾਨਸਿਕ ਸਥਿਤੀ ਸਹੀ ਨਹੀਂ, ਇਸ ਕਰਕੇ ਕੇਂਦਰ ਦੀ ਸਰਕਾਰ ਪੰਜਾਬ ਦੀ ਕਿਸਾਨੀ ਨੂੰ ਬਦਨਾਮ ਕਰਨਾ ਚਾਹੁੰਦੀ ਹੈ, ਕਿਉਂਕਿ ਪੰਜਾਬ ਦੇ ਕਿਸਾਨ ਆ ਜਿਹੜੇ ਉਹਨਾਂ ਦੇ ਵੱਲੋਂ ਨਿੱਠ ਕੇ ਕਿਸਾਨ ਅੰਦੋਲਨ ਦੇ ਵਿੱਚ ਯੋਗਦਾਨ ਪਾਇਆ ਜਾ ਰਿਹਾ ਤੇ ਸ਼ੁਰੂਆਤ ਪੰਜਾਬ ਦੇ ਕਿਸਾਨਾਂ ਨੇ ਕੀਤੀ। ਉਧਰੋਂ ਪੰਜਾਬ ਦੇ ਕਿਸਾਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਅਸੀਂ ਜੀ ਕਦੇ ਕਿਸੇ ਦਾ ਪੈਸਾ ਨਹੀਂ ਮਾਰਿਆ, ਕਦੇ ਕਿਸੇ ਨੂੰ ਨਸ਼ੇ ਦੇ ਉੱਤੇ ਨਹੀਂ ਲਾਇਆ, ਸਾਨੂੰ ਬਦਨਾਮ ਨਾ ਕੀਤਾ ਜਾਵੇ। ਪਰ ਕਮਾਲ ਦੀ ਗੱਲ ਇਹ ਹੈ ਕਿ ਪੰਜਾਬ ਦੇ ਵਿੱਚ ਕੰਮ ਕਰਦੇ ਪ੍ਰਵਾਸੀ ਮਜ਼ਦੂਰਾਂ ਦੇ ਵੱਲੋਂ ਵੀ ਮੋਰਚਾ ਖੋਲ੍ਹਿਆ ਗਿਆ, ਮੋਦੀ ਸਰਕਾਰ ਦੇ ਪੁਤਲੇ ਫੂਕੇ ਗਏ ਆ ਤੇ ਇਹ ਗੱਲ ਕਹੀ ਗਈ ਹੈ ਜੀ ਕਿ ਸਾਨੂੰ ਕਿਸੇ ਕਿਸਮ ਦੀ ਕੋਈ ਦਿੱਕਤ ਨਹੀਂ। ਜਾਣ ਬੁੱਝ ਕੇ
ਕਿ ਕੇਂਦਰ ਦੀ ਸਰਕਾਰ ਦੇ ਵੱਲੋਂ ਇਹ ਸਾਰੀਆਂ ਘਟਿੱਤਾਂ ਕੀਤੀਆਂ ਜਾ ਰਹੀਆਂ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਬਾਅਦ ਵਿੱਚ ਕਰਾਂਗੇ ਟਿੱਪਣੀ। ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਦੇ ਉੱਤੇ ਤਸ਼ੱਦਦ ਬਾਰੇ ਕੇਂਦਰ ਸਰਕਾਰ ਦੀ ਰਿਪੋਰਟ ਮੋਦੀ ਸਰਕਾਰ ਨੂੰ ਪੁੱਠੀ ਪੈ ਗਈ ਹੈ। ਇੱਕ ਪਾਸੇ ਕਿਸਾਨਾਂ ਤੇ ਪੰਜਾਬ ਸਰਕਾਰ ਨੇ ਬੀਜੇਪੀ ਨੂੰ ਬੁਰੀ ਤਰ੍ਹਾਂ ਘੇਰਿਆ ਹੋਇਆ, ਉੱਥੇ ਪ੍ਰਵਾਸੀ ਮਜ਼ਦੂਰ ਵੀ ਇਸ ਰਿਪੋਰਟ ਤੋਂ ਖਫਾ ਹੋ ਕੇ ਸੜਕਾਂ ਤੇ ਆ ਗਏ ਨੇ। ਪੰਜਾਬ ਦੇ ਕਈ ਹਿੱਸਿਆਂ ਦੇ ਵਿੱਚ ਪ੍ਰਵਾਸੀ ਮਜ਼ਦੂਰਾਂ ਨੇ ਕੇਂਦਰ ਦੀ ਸਰਕਾਰ ਦੇ ਖਿਲਾਫ ਜ਼ੋਰਦਾਰ ਰੋਸ ਮੁਜ਼ਾਹਰੇ ਕੀਤੇ ਤੇ ਪੁਤਲੇ ਫੂਕੇ ਨੇ। ਅੰਮ੍ਰਿਤਸਰ ਦੇ ਵਿੱਚ ਰਹਿ ਰਹੇ ਪ੍ਰਵਾਸੀ ਮਜ਼ਦੂਰਾਂ ਨੇ ਰੋਸ ਵਿਖਾਵਾ ਕਰਦਿਆਂ ਕੇਂਦਰ ਸਰਕਾਰ ਦਾ ਪੁਤਲਾ ਸਾੜਿਆ। ਪ੍ਰਦਰਸ਼ਨਕਾਰੀਆਂ ਨੇ ਕੇਂਦਰ ਸਰਕਾਰ ਤੇ ਕੇਂਦਰੀ ਗ੍ਰਹਿ ਮੰਤਰੀ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਮੁਜ਼ਾਹਰਾਕਾਰੀਆਂ ਨੇ ਕੇਂਦਰ ਸਰਕਾਰ ਦੇ ਵੱਲੋਂ ਲਾਏ ਗਏ ਦੋਸ਼ਾਂ ਨੂੰ ਬੇਬੁਨਿਆਦ ਆਖਿਆ ਤੇ ਇਹ ਗੱਲ ਕਹੀ ਹੈ ਕਿ ਪ੍ਰਵਾਸੀ ਮਜ਼ਦੂਰਾਂ ਤੇ ਪੰਜਾਬੀ ਭਾਈਚਾਰੇ ਵਿਚਾਲੇ ਇਹ ਫੁੱਟ ਪਾਉਣ ਦੀ ਕੋਝੀ ਸਾਜ਼ਿਸ਼ ਹੈ। ਪ੍ਰਵਾਸੀ ਮਜ਼ਦੂਰਾਂ ਦੀ ਜਥੇਬੰਦੀ ਦੇ ਆਗੂ ਮਹੇਸ਼ ਵਰਮਾ ਨੇ ਕਿਹਾ, ਪੰਜਾਬ ਦੇ ਵਿੱਚ ਕਈ ਦਹਾਕਿਆਂ ਤੋਂ ਯੂਪੀ, ਬਿਹਾਰ ਤੇ ਹੋਰ ਸੂਬਿਆਂ ਤੋਂ ਲੋਕ ਆ ਕੇ ਵਸੇ ਹੋਏ ਨੇ, ਜਿਨ੍ਹਾਂ ਨੇ ਇੱਥੇ ਕੰਮਕਾਜ ਕਰਕੇ ਨਾ ਸਿਰਫ ਪੱਕੇ ਮਕਾਨ ਬਣਾਏ ਨੇ, ਸਗੋਂ ਆਪਣੇ ਕਾਰੋਬਾਰ ਵੀ ਸ਼ੁਰੂ ਕੀਤੇ ਨੇ। ਪ੍ਰਵਾਸੀ ਮਜ਼ਦੂਰਾਂ ਨੇ ਕਿਹਾ ਕਿ ਉਹ ਖੇਤੀ ਕਾਨੂੰਨਾਂ ਖਿਲਾਫ ਸੰਘਰਸ਼ ਕਰ ਰਹੇ ਕਿਸਾਨਾਂ ਦੇ ਨਾਲ ਨੇ। ਉਹਨਾਂ ਨੇ ਸ਼ੱਕ ਜ਼ਾਹਰ ਕੀਤਾ ਕਿ ਰਿਪੋਰਟ ਕਿਸਾਨ ਸੰਘਰਸ਼ ਦੇ ਕਾਰਨ ਹੀ ਜਾਰੀ ਕੀਤੀ ਗਈ ਹੋ ਸਕਦੀ ਹੈ। ਰੋਸ ਪ੍ਰਦਰਸ਼ਨ ਦੇ ਵਿੱਚ ਸ਼ਾਮਲ ਔਰਤਾਂ ਨੇ ਕਿਹਾ ਕਿ ਉਹ ਯੂਪੀ ਤੇ ਬਿਹਾਰ ਨਾਲ ਸੰਬੰਧਿਤ ਨੇ, ਉਹ ਕਈ ਵਰ੍ਹਿਆਂ ਤੋਂ ਇੱਥੇ ਰਹਿ ਰਹੇ ਨੇ, ਉਹਨਾਂ ਦੇ ਪਤੀ ਤੇ ਬੱਚੇ ਇੱਥੇ ਕੰਮ ਕਰਦੇ ਨੇ, ਕਦੇ ਵੀ ਕਿਸੇ ਨੇ ਉਹਨਾਂ ਨੂੰ ਨਸ਼ਾ ਨਹੀਂ ਦਿੱਤਾ ਤੇ ਨਾ ਹੀ ਕਦੇ ਕਿਸੇ ਨੂੰ ਬੰਦੂਆ ਮਜ਼ਦੂਰ ਬਣਾਇਆ ਗਿਆ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕੇਂਦਰ ਦੀ ਸਰਕਾਰ ਦਾ ਇੱਕ ਬਹੁਤ ਵੱਡਾ ਨਲਾਇਕੀ ਵਾਲਾ ਪੱਖ ਹੈ। ਜੇਕਰ ਇਹਨੇ ਵੱਖ-ਵੱਖ ਸੂਬਿਆਂ ਦੇ ਲੋਕਾਂ ਨੂੰ ਸਹੀ ਸਹੂਲਤਾਂ ਮੁਹੱਈਆ ਕਰਵਾਈਆਂ ਹੋਣ, ਪੰਜਾਬ ਦੇ ਲੋਕਾਂ ਨੂੰ, ਪੰਜਾਬ ਦੀ ਜਵਾਨੀ ਨੂੰ, ਤਾਂ ਪੰਜਾਬ ਦੀ ਜਵਾਨੀ ਬਾਹਰ ਜਾ ਕੇ ਮਜ਼ਦੂਰੀਆਂ ਕਰਨ ਵਾਸਤੇ ਮਜਬੂਰ ਨਾ ਹੋਵੇ। ਅਸੀਂ ਵੀ ਵਿਦੇਸ਼ਾਂ ਦੇ ਵਿੱਚ ਜਾ ਕੇ ਮਜ਼ਦੂਰੀਆਂ ਕਰਦੇ ਹਾਂ ਜਾਂ ਆਪੋ ਆਪਣੀ ਸਕਿੱਲ ਦੇ ਮੁਤਾਬਕ, ਆਪੋ ਆਪਣੇ ਹੁਨਰ ਦੇ ਮੁਤਾਬਕ ਕੰਮਕਾਜ ਕਰਦੇ ਹਾਂ। ਬਿਲਕੁਲ ਉਸੇ ਤਰੀਕੇ ਦੇ ਨਾਲ ਬਿਹਾਰ ਦੇ, ਯੂਪੀ ਦੇ ਜਾਂ ਭਾਰਤ ਦੇ ਹੋਰ ਵੱਖ-ਵੱਖ ਸੂਬਿਆਂ ਦੇ ਜਿਹੜੇ ਲੋਕ ਨੇ, ਉਹ ਪੰਜਾਬ ਦੇ ਵਿੱਚ, ਮਹਾਰਾਸ਼ਟਰ ਦੇ ਵਿੱਚ, ਹੋਰ ਵੱਖ-ਵੱਖ ਥਾਵਾਂ ਦੇ ਉੱਤੇ ਆ ਕੇ ਮਜ਼ਦੂਰੀ ਕਰਦੇ ਆ, ਦਿਹਾੜੀ ਦੱਪਾ ਕਰਦੇ ਆ ਤੇ ਆਪਦੇ ਟੱਬਰ ਨੂੰ ਪਾਲਦੇ ਆ। ਹੁਣ ਜੇਕਰ ਭਾਰਤ ਦੀ ਸਰਕਾਰ ਨੇ ਸਾਰੇ ਸੂਬਿਆਂ ਦੇ ਵਿੱਚ ਰੁਜ਼ਗਾਰ ਦੇ ਮੌਕੇ ਪੈਦਾ ਕੀਤੇ ਹੋਣ, ਤਾਂ ਨਾ ਬਿਹਾਰ ਦੇ ਲੋਕਾਂ ਦਾ ਚਿੱਤ ਕਰੇ ਕਿ ਅਸੀਂ ਟੱਬਰ ਛੱਡ ਕੇ ਪੰਜਾਬ 'ਚ ਆਈਏ ਤੇ ਨਾ ਪੰਜਾਬ ਦੇ ਲੋਕਾਂ ਦਾ ਚਿੱਤ ਕਰੇ ਜੀ ਕਿ ਅਸੀਂ ਬਾਹਰਲੇ ਮੁਲਕ ਨੂੰ ਜਾਈਏ ਆਪਦੇ ਟੱਬਰ ਨੂੰ ਛੱਡ ਕੇ। ਇਹ ਸਾਡੀਆਂ ਸਰਕਾਰਾਂ ਦੀ ਨਲਾਇਕੀ ਆ, ਜਿਹਦੇ ਕਰਕੇ ਇੱਕ ਤੋਂ ਦੂਜੀ ਥਾਂ ਤੱਕ ਸਾਨੂੰ ਰੋਟੀ ਟੁੱਕ ਦੀ ਭਾਲ ਦੇ ਵਿੱਚ ਜਾਣਾ ਪੈਂਦਾ। ਪਰ ਧੰਨ ਆ ਉਹ ਲੋਕ, ਧੰਨ ਨੇ ਉਹ ਦੇਸ਼ ਜਿਹੜੇ ਕਿ ਸਾਨੂੰ ਸੰਭਾਲਦੇ ਵੀ ਆ, ਸਾਡੇ ਰੋਟੀ ਟੁੱਕ ਦਾ ਵੀ ਖਿਆਲ ਰੱਖਦੇ, ਸਾਡੇ ਸੁਨਹਿਰੇ ਭਵਿੱਖ ਦਾ ਖਿਆਲ ਰੱਖਦੇ ਆ। ਉਸ ਤੋਂ ਅਗਲੀ ਗੱਲ ਇਹ ਹੈ ਕਿ ਮੈਂ ਅੱਜ ਤੱਕ ਕਦੇ ਵੀ ਕਿਸੇ ਪ੍ਰਵਾਸੀ ਮਜ਼ਦੂਰ ਨੂੰ ਇਹ ਗੱਲ ਕਹਿੰਦੇ ਨਹੀਂ ਸੁਣਿਆ ਕਿ ਫਲਾਣੇ ਕਿਸਾਨ ਨੇ ਮੇਰੇ ਕੋਲੋਂ ਝੋਨਾ ਲਵਾਇਆ ਸੀ, ਉਹਨੇ ਮੈਨੂੰ ਮਿਹਨਤ ਨਾਲ ਨਹੀਂ ਦਿੱਤਾ। ਇਹ ਹੋ ਸਕਦਾ ਵੀ 4 ਦਿਨ ਲੇਟ ਹੋ ਜੇ, ਇਹ ਹੋ ਸਕਦਾ 10 ਦਿਨ ਲੇਟ ਹੋ ਜੇ। ਮੈਂ ਕਦੇ ਨਹੀਂ ਸੁਣਿਆ ਵੀ ਕਿਸੇ ਨੇ ਪ੍ਰੈਸ ਕਾਨਫਰੰਸ ਕੀਤੀ ਹੋਵੇ ਪ੍ਰਵਾਸੀ ਮਜ਼ਦੂਰਾਂ ਨੇ ਇਕੱਠੇ ਹੋ ਕੇ ਵੀ ਭਾਈ ਫਲਾਣੇ ਕਿਸਾਨ ਨੇ ਸਾਨੂੰ ਨਸ਼ੇ ਦੇ ਉੱਤੇ ਲਾਤਾ। ਇਹ ਕਿਸਾਨ ਤਾਂ ਵਿਚਾਰੇ ਤਰਲੇ ਮਾਰਦੇ ਆ। ਜਦੋਂ ਹੁਣ ਜੂਨ ਦਾ ਮਹੀਨਾ ਚੜ੍ਹੂਗਾ, ਜਦੋਂ ਪੰਜਾਬ ਦੇ ਵਿੱਚ ਅਧਿਕਾਰਤ ਤੌਰ ਦੇ ਉੱਤੇ ਝੋਨੇ ਦੀ ਲਵਾਈ ਦਾ ਕੰਮ ਸ਼ੁਰੂ ਹੋਊਗਾ, ਉਸ ਵਕਤ ਰੇਲਵੇ ਸਟੇਸ਼ਨਾਂ ਦੇ ਉੱਤੇ ਜਾ ਕੇ ਕਿਸਾਨਾਂ ਨੇ ਤਰਲੇ ਮਾਰਨੇ ਆ ਵੀ ਤੁਸੀਂ ਆਓ ਸਾਡੇ ਖੇਤ ਦੇ ਵਿੱਚ, ਅਸੀਂ ਤੁਹਾਨੂੰ ਰਹਿਣ ਦਾ ਵੀ ਮੌਕਾ ਦਿੰਦੇ ਹਾਂ, ਅਸੀਂ ਤੁਹਾਨੂੰ ਪੱਖਾ ਕੂਲਰ ਵੀ ਦੇਵਾਂਗੇ, ਮੰਜੇ ਵੀ ਦੇਵਾਂਗੇ, ਅਸੀਂ ਤੁਹਾਨੂੰ ਦਾਰੂ ਵੀ ਦੇਵਾਂਗੇ, ਅਸੀਂ ਤੁਹਾਨੂੰ ਮੋਬਾਈਲ ਵੀ ਦੇਵਾਂਗੇ, ਤੁਹਾਡੇ ਮੋਬਾਈਲ 'ਚ ਪੈਸੇ ਵੀ ਪਵਾ ਕੇ ਦੇਵਾਂਗੇ। ਇਹ ਲੋਕ ਕਿਸ ਤਰੀਕੇ ਦੇ ਨਾਲ ਬੰਦੂਆ ਮਜ਼ਦੂਰ ਬਣਾ ਸਕਦੇ ਆ, ਇਹਨਾਂ ਮਜ਼ਦੂਰਾਂ ਨੂੰ ਇਹਦੇ ਬਾਬਤ ਜ਼ਰੂਰ ਸੋਚਣਾ ਚਾਹੀਦਾ। ਸੋ ਆਉਣ ਵਾਲੇ ਸਮੇਂ ਦੇ ਵਿੱਚ ਕੇਂਦਰ ਦੀ ਸਰਕਾਰ ਹੋ ਸਕਦਾ ਹੋਰ ਕਿਤੇ ਧਿੱਤਾ ਕਰੇ, ਹੋ ਸਕਦਾ ਕੋਈ ਹੋਰ ਚਾਲ ਚੱਲੇ, ਕਿਉਂਕਿ ਜਿਹੜੀ ਇਹ ਚਿੱਠੀ ਆ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੇ ਸਵਾਲ ਪੈਦਾ ਕਰਦੀ ਆ। ਅੱਜ ਤੱਕ ਤਾਂ ਇਹੋ ਜਿਹੀ ਖਬਰ ਮਿਲੀ ਨਹੀਂ ਸੀ ਕੇਂਦਰ ਦੇ ਗ੍ਰਹਿ ਵਿਭਾਗ ਨੂੰ, ਤੇ ਹੁਣ ਕੇਂਦਰ ਦੇ ਗ੍ਰਹਿ ਵਿਭਾਗ ਦੇ ਵੱਲੋਂ BSF ਦੇ ਹਵਾਲੇ ਦੇ ਨਾਲ ਇਹ ਜਾਣਕਾਰੀ ਦਿੱਤੀ ਗਈ ਹੈ। ਤੇ ਇੱਕ ਗੱਲ ਸ਼ਾਇਦ BSF ਦੇ ਮੁਤਲਕ ਕੇਂਦਰ ਦੀ ਸਰਕਾਰ ਦੱਸਣੀ ਭੁੱਲ ਗਈ ਕਿ BSF ਦਾ ਕੰਮ ਆ ਜਿਹੜਾ ਉਹ ਖੇਤ ਮਜ਼ਦੂਰਾਂ ਨੂੰ ਫੜ ਕੇ, ਪ੍ਰਵਾਸੀ ਮਜ਼ਦੂਰਾਂ ਨੂੰ ਫੜ ਕੇ ਛਡਾਉਣਾ ਨਹੀਂ ਹੁੰਦਾ। ਉਹਨਾਂ ਦਾ ਕੰਮ ਹੈਗਾ ਸਰਹੱਦਾਂ ਦੀ ਰਾਖੀ ਕਰਨੀ, ਉਧਰ ਚੌਕਸੀ ਕਰਨੀ, ਨਿਗਰਾਨੀ ਰੱਖਣੀ। ਸੋ ਇਸ ਕਰਕੇ ਤੁਸੀਂ ਕਿਹੜੇ ਕੰਮ ਦੇ ਵਿੱਚ ਕਿਵੇਂ ਪਾ ਰਹੇ ਆ, ਇਹਦੇ ਬਾਬਤ ਵੀ ਜ਼ਰੂਰ ਖਿਆਲ ਕਰਨਾ ਚਾਹੀਦਾ। ਜਿਸ ਤਰੀਕੇ ਦੇ ਨਾਲ ਪ੍ਰਵਾਸੀ ਮਜ਼ਦੂਰਾਂ ਦੇ ਵੱਲੋਂ ਕੇਂਦਰ ਦੀ ਸਰਕਾਰ ਨੂੰ ਘੇਰਿਆ ਗਿਆ, ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਕਹਿ ਸਕਦੇ ਮਸਲਾ ਹੈਗਾ। ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡੀ ਉਦਾਹਰਨ ਆ, ਬਹੁਤ ਵੱਡਾ ਉੱਤਰ ਦਿੱਤਾ ਗਿਆ ਉਹਨਾਂ ਦੇ ਵੱਲੋਂ ਚਪੇੜਨੁਮਾ ਕਿ ਤੁਸੀਂ ਜੋ ਕਰਦੇ ਆ ਉਹਦੇ ਬਾਰੇ ਵੀ ਅਸੀਂ ਜਾਣਦੇ ਹਾਂ, ਤੁਸੀਂ ਜੋ ਕਹਿੰਦੇ ਆ ਉਹ ਬਿਲਕੁਲ ਗਲਤ ਹੈਗਾ ਤੇ ਅਸੀਂ ਕਿਸਾਨਾਂ ਦੇ ਨਾਲ ਬਿਲਕੁਲ ਸੰਤੁਸ਼ਟ ਹੈਗੇ ਆ। ਸੋ ਕਿਸਾਨ ਤੇ ਆੜਤੀਏ ਦੇ ਵਿੱਚ ਫਿੱਕ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਪ੍ਰਵਾਸੀ ਮਜ਼ਦੂਰ ਤੇ ਕਿਸਾਨ ਦੇ ਵਿੱਚ ਫਿੱਕ ਪਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਕੇਂਦਰ ਦੀ ਸਰਕਾਰ ਚਾਹੁੰਦੀ ਹੈ ਕਿ ਕਿਸਾਨ ਮਜ਼ਦੂਰ ਏਕਤਾ ਤਾਰ-ਤਾਰ ਹੋ ਜੇ। ਮਜ਼ਦੂਰ ਨੂੰ ਅੱਡ ਕਰ ਦਿਓ, ਆੜਤੀਏ ਨੂੰ ਵਿਚੋਲੀਆ ਕਹਿ ਕੇ ਪਾਸੇ ਕਰ ਦਿਓ, ਕਿਸਾਨ ਨੂੰ ਕਦੋਂ ਤੁਹਾਡੇ ਖਾਤੇ ਦੇ ਵਿੱਚ ਸਿੱਧੇ ਪੈਸੇ ਪਾ ਦੇਣਗੇ। ਤਾਂ ਕੇਂਦਰ ਦੀ ਸਰਕਾਰ ਦੇ ਮੂਹਰੇ ਕਿਸਾਨਾਂ ਦਾ ਸਵਾਲ ਇਹ ਹੈ ਵੀ ਜਦੋਂ ਸਾਨੂੰ ਇਤਰਾਜ਼ ਕੋਈ ਨਹੀਂ ਆੜਤੀਏ ਦੇ ਕੋਲੋਂ, ਤੁਹਾਨੂੰ ਕੀ ਸਮੱਸਿਆ?
ਅਸੀਂ ਚਾਹੁੰਦੇ ਹਾਂ ਵੀ ਆੜ੍ਹਤੀਏ ਨਾਲ ਜਿਵੇਂ ਕੰਮ ਚੱਲਦਾ ਅਸੀਂ ਉਵੇਂ ਚਲਾਉਣਾ, ਤੁਸੀਂ ਇਸ ਗੱਲ ਤੋਂ ਕੀ ਲੈਣਾ ਵੀ ਐ ਨਹੀਂ ਐ ਕਰਨਾ। ਇਸ ਕਰਕੇ ਉਹ ਕੰਮ ਕਰੋ ਜਿਹੜੇ ਕਿ ਤੁਸੀਂ ਚੋਣ ਮੈਨੀਫੈਸਟੋ ਵਿੱਚ ਦਾਖਲ ਕੀਤੇ ਸੀ, ਸ਼ਾਮਿਲ ਕੀਤੇ ਸੀ। ਇਹਨਾਂ ਗੱਲਾਂ ਦੇ ਵਿੱਚ ਦਖਲ ਦੇਣ ਦਾ ਤੁਹਾਡਾ ਕੋਈ ਤਾਲੁਕ ਨਹੀਂ ਬਣਦਾ, ਕੋਈ ਕੰਮ ਨਹੀਂ ਬਣਦਾ। ਸੋ ਦੇਸ਼ ਦੇ ਵਿੱਚ ਜੋ ਕੁਝ ਚੱਲ ਰਿਹਾ ਆਪਾਂ ਜਾਣਦੇ ਹਾਂ। ਇਹਨਾਂ ਗੱਲਾਂ ਦੇ ਕਰਕੇ ਹੀ ਮਨੋਹਰ ਲਾਲ ਖੱਟੜ ਹੋਰਾਂ ਨੂੰ ਬਹੁਤ ਵੱਡੀਆਂ ਸਮੱਸਿਆਵਾਂ ਦਾ ਹਰਿਆਣਾ ਵਿੱਚ ਸਾਹਮਣਾ ਕਰਨਾ ਪੈ ਰਿਹਾ। ਇੱਕ ਗੱਲ ਹੋਰ ਮੈਂ ਸੰਖੇਪ ਦੇ ਵਿੱਚ ਦੱਸਦਾ, ਭਾਰਤ ਦੇ ਵਿੱਚ ਕੀ ਕੁਝ ਚੱਲ ਰਿਹਾ। ਵੈਸੇ ਤਾਂ ਜੇਕਰ ਸਹੀ ਕਹੋਗੇ ਤਾਂ ਤੁਹਾਡੇ ਉੱਤੇ 100 ਤਰ੍ਹਾਂ ਦੀਆਂ ਤੁਹਮਤਾਂ ਲੱਗਣਗੀਆਂ, ਅਤੇ ਜੇਕਰ ਤੁਸੀਂ ਸਹੀ ਤਰੀਕੇ ਦੇ ਨਾਲ ਕਿਸੇ ਨੂੰ ਸ਼ਬਦਾਂ ਦੇ ਦਾਇਰੇ ਦੇ ਵਿੱਚ ਲੈ ਕੇ ਆਓਗੇ, ਘੇਰੇ 'ਚ ਲੈ ਕੇ ਆਓਗੇ, ਤਾਂ ਫਿਰ ਹੋ ਸਕਦਾ ਤੁਹਾਨੂੰ ਕਿਹਾ ਜਾਵੇ ਕਿ ਲੋਕਤੰਤਰ ਦਾ ਘਾਣ ਕਰ ਰਿਹਾ। ਅਸਾਮ ਦੇ ਵਿੱਚ ਇੱਕ ਪੋਲਿੰਗ ਬੂਥ ਦੇ ਉੱਤੇ ਵੋਟਾਂ ਪਈਆਂ, ਉੱਥੇ ਕੁੱਲ ਵੋਟਾਂ ਹੈਗੀਆਂ ਰਜਿਸਟਰਡ 90, ਪਰ ਵੋਟਾਂ ਉੱਥੇ ਪੈ ਗਈਆਂ ਮਸ਼ੀਨ ਦੇ ਵਿੱਚ 171। ਅਤੇ ਹੁਣ ਚੋਣ ਕਮਿਸ਼ਨ ਨੇ 5 ਅਧਿਕਾਰੀਆਂ ਨੂੰ ਮੁਅੱਤਲ ਕਰ ਦਿੱਤਾ ਹੈ। ਹੁਣ ਦੱਸੋ ਵੀ ਚੋਣ ਕਮਿਸ਼ਨ ਜੋ ਕਰ ਰਿਹਾ ਉਹ ਠੀਕ ਹੈ? ਹੁਣ ਦੱਸੋ ਕਿ ਕੀ EVM ਦੇ ਉੱਤੇ ਭਰੋਸਾ ਕਰਨਾ ਚਾਹੀਦਾ? ਕਦੇ ਕਿਸੇ BJP ਦੇ ਵਿਧਾਇਕ ਦੀ ਗੱਡੀ ਦੇ ਵਿੱਚੋਂ EVM ਮਿਲਦੀ ਹੈ, ਕਦੇ ਕਿਸੇ ਉਮੀਦਵਾਰ ਦੀ ਗੱਡੀ 'ਚੋਂ EVM ਮਿਲਦੀ ਹੈ, ਕਦੇ ਇੱਥੇ ਵੋਟਾਂ 90 ਹੁੰਦੀਆਂ 171 EVM ਦੇ ਵਿੱਚ ਪੈ ਜਾਂਦੀਆਂ। ਸਹੀ ਕੌਣ ਆ? ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦੇ ਲਈ ਮੁਸ਼ਕਿਲਾਂ ਦਾ ਬਹੁਤ ਵੱਡਾ ਪਹਾੜ ਖੜਾ ਜੇਕਰ ਮਹਿਸੂਸ ਕਰ ਦਿੱਤਾ। ਇਹ ਦੇਖੋ ਜੀ, ਕਮਾਲ ਦੀ ਗੱਲ ਹੈ ਕਿ ਮੁੱਖ ਮੰਤਰੀ ਨੂੰ ਇਸ ਵਕਤ ਧਰਤੀ ਦੇ ਉੱਤੇ ਉਤਰ ਨਹੀਂ ਦਿੰਦੇ ਕਿਸਾਨ। ਇਹ ਉਹੀ ਕਿਸਾਨ ਆ ਜਿਨ੍ਹਾਂ ਦੇ ਬਾਰੇ ਖੱਟੜ ਸਾਹਿਬ ਕਹਿੰਦੇ ਹੁੰਦੇ ਸੀ ਜੀ ਕਿ ਇਹ ਤਾਂ ਮੁੱਠੀ ਭਰ ਹੈ, ਸਾਡੇ ਸੂਬੇ ਦੇ ਵਿੱਚ ਕਿਸਾਨ ਬੜੇ ਸੰਤੁਸ਼ਟ ਹੈ, ਇਹ ਤਾਂ ਪੰਜਾਬ ਦੇ ਕਿਸਾਨ ਚੁੱਕਣਾ ਦੇ ਵਿੱਚ ਆਏ ਹੋਏ ਆ, ਸਾਡੇ ਸੂਬੇ ਦੇ ਕਿਸਾਨ ਥੋੜ੍ਹੀ ਆ। ਅੱਜ ਉਹੀ ਕਿਸਾਨ ਜਿਹਨਾਂ ਨੂੰ ਮੁੱਠੀ ਭਰ ਕਹਿੰਦੇ ਸੀ, ਨਾ ਦੁਸ਼ਯੰਤ ਚੌਟਾਲਾ ਦਾ ਹੈਲੀਕਾਪਟਰ ਥੱਲੇ ਉਤਰਨ ਦਿੰਦੇ ਆ, ਨਾ ਹੀ ਖੱਟੜ ਸਾਹਿਬ ਦਾ ਥੱਲੇ ਉਤਰਨ ਦਿੰਦੇ ਆ। ਅਤੇ ਜੇਕਰ ਹਾਲੇ ਵੀ ਇਹ ਨਹੀਂ ਸਮਝਦੇ, ਕੰਧ ਦੇ ਉੱਤੇ ਲਿਖਿਆ ਨਹੀਂ ਪੜ੍ਹਦੇ, ਤਾਂ ਫਿਰ ਭਾਈ ਕਿਸਮਤ ਹੀ ਖੋਟੀ ਆ। ਆਪਾਂ ਕੀ ਕਹਿ ਸਕਦੇ ਅਤੇ ਕੀ ਨਾ ਕਹੀਏ। ਕਿਸਾਨ ਡਟੇ ਹੋਏ ਆ, ਗਰਮੀ ਦੇ ਮੌਸਮ ਦੇ ਵਿੱਚ ਟਿਕੇ ਹੋਏ ਆ। ਇਹ ਗੱਲ ਸੱਚੀ ਆ। ਮੈਨੂੰ ਬਹੁਤ ਸਾਰੇ ਲੋਕਾਂ ਦੇ ਫੋਨ ਆਉਂਦੇ ਆ। ਕੁਝ ਕੁ ਲੋਕ ਨਿਰਾਸ਼ਾ ਦੇ ਆਲਮ ਦੇ ਵਿੱਚ ਹੁੰਦੇ ਆ, ਉਹਨਾਂ ਨੇ ਕਦੇ ਜਾ ਕੇ ਨਹੀਂ ਦੇਖਿਆ ਹੁੰਦਾ, ਬਸ ਉਹਨਾਂ ਨੇ ਸੁਣੀਆਂ ਸੁਣਾਈਆਂ ਗੱਲਾਂ ਹੁੰਦੀਆਂ। ਉਹ ਕਹਿੰਦੇ ਜੀ ਕਿ ਹੁਣ ਤਾਂ ਉੱਥੇ ਇਕੱਠ ਬਹੁਤ ਘਟ ਗਿਆ, ਇਕੱਠ ਨੂੰ ਉੱਥੇ ਕੋਈ ਮਜਮਾ ਲੱਗਾ, ਇਕੱਠ ਨੂੰ ਉੱਥੇ ਖਾੜਾ ਲੱਗਾ, ਇਕੱਠ ਨੂੰ ਉੱਥੇ ਕਿਸੇ ਨੇਤਾ ਦੀ ਰੈਲੀ ਆ। ਉਹ ਕਿਸਾਨ ਜਿਹੜੇ ਕਿ ਉੱਥੇ ਬੈਠੇ ਆ ਸਿਰੜ ਦੇ ਨਾਲ, ਉਹ ਵੀ ਕਿਸਾਨ ਹੀ ਆ, ਅਤੇ ਉਹਨਾਂ ਦੇ ਭੈਣ ਭਰਾ ਇਸ ਵਕਤ ਆਪਣੇ ਘਰਾਂ ਦੇ ਵੱਲ ਆਏ ਆ, ਕਿਉਂਕਿ ਕਣਕ ਦੀ ਫਸਲ ਵੀ ਸੰਭਾਲਣੀ ਆ। ਜੇਕਰ ਕੇਂਦਰ ਦੀ ਸਰਕਾਰ ਸਾਰੀ ਦੀ ਸਾਰੀ ਪੱਛਮੀ ਬੰਗਾਲ ਅਤੇ ਬਾਕੀ ਸੂਬਿਆਂ ਨੂੰ ਜਾ ਸਕਦੀ ਹੈ ਦਿੱਲੀ ਨੂੰ ਛੱਡ ਕੇ, ਤਾਂ ਕਿਸਾਨ ਆਪਣੀ ਫਸਲ ਜਿਹੜੀ ਕਿ ਪੁੱਤਾਂ ਵਰਗੀ ਹੈ ਉਹਨੂੰ ਸੰਭਾਲਣ ਦੇ ਵਾਸਤੇ, ਵੱਢਣ ਦੇ ਵਾਸਤੇ, ਤੂੜੀ ਬਣਾਉਣ ਦੇ ਵਾਸਤੇ, ਹੋਰ ਕੰਮ ਕਾਜ ਕਰਨ ਦੇ ਵਾਸਤੇ, ਮਹੀਨੇ ਵਾਸਤੇ, 25 ਦਿਨ ਵਾਸਤੇ, 20 ਦਿਨ ਵਾਸਤੇ, ਸਵਾ ਮਹੀਨੇ ਵਾਸਤੇ ਆਪਦੇ ਘਰ ਨੂੰ ਨਹੀਂ ਆ ਸਕਦੇ। ਸੋ ਕਿਸਾਨ ਜਿਹੜੇ ਡਟੇ ਹੋਏ ਆ, ਸਲਾਮ ਆ। ਅਤੇ ਜਿਹੜੇ ਮੇਰੇ ਵਰਗੇ ਐਵੇਂ ਕਸੂਰ ਕੱਢਦੇ ਆ ਅਤੇ ਮੈਨੂੰ ਗੋਚ ਕੱਢਦੇ ਆ, ਉਹਨਾਂ ਨੂੰ ਭਾਈ ਥੋੜ੍ਹਾ ਜਿਹਾ ਗੁਰੇਜ਼ ਕਰਨਾ ਚਾਹੀਦਾ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਸਾਂਝਾ ਕਰਦੇ ਹਾਂ ਕਿ ਖੱਟੜ ਹੋਰਾਂ ਦੇ ਲਈ ਮੁਸ਼ਕਿਲਾਂ ਕਿਹੜੀਆਂ ਕਿਹੜੀਆਂ, ਉਹ ਕਿਸਾਨਾਂ ਤੋਂ ਬਚਣ ਦੇ ਲਈ ਕੀ ਕੀ ਤਰਕੀਬਾਂ ਸੋਚ ਰਹੇ ਆ, ਅਤੇ ਬਾਅਦ ਵਿੱਚ ਕਰਾਂਗੇ ਟਿੱਪਣੀ। ਕਿਸਾਨਾਂ ਦੇ ਵਿਰੋਧ ਦੇ ਕਰਕੇ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਨੇ ਸੋਨੀਪਤ ਦੇ ਆਮਲੀ ਖੇਤਰ ਦੇ ਵਿੱਚ ਹੋਣ ਵਾਲਾ ਵੱਡਾ ਸਮਾਗਮ ਰੱਦ ਕਰ ਦਿੱਤਾ ਹੈ। ਇਸ ਲਈ ਮੁੱਖ ਮੰਤਰੀ ਨੇ ਪਿੰਡ ਦੇ ਲੋਕਾਂ ਨੂੰ ਚਿੱਠੀ ਲਿਖੀ ਹੈ ਕਿ ਪਹਿਲਾਂ ਸਹਿਮਤੀ ਬਣਾਓ, ਮੈਂ ਨਹੀਂ ਚਾਹੁੰਦਾ ਕਿ ਮਾਹੌਲ ਇੱਥੇ ਖਰਾਬ ਹੋਵੇ। ਉਹਨਾਂ ਨੇ ਕਿਹਾ ਕਿ ਕੁਝ ਮੁੱਠੀ ਭਰ ਲੋਕ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ, ਇਸ ਕਰਕੇ ਮੈਂ ਨਹੀਂ ਚਾਹੁੰਦਾ ਕਿ ਮਾਹੌਲ ਵਿਗੜੇ। ਇਸ ਲਈ ਪਹਿਲਾਂ ਸਹਿਮਤੀ ਬਣਾਓ, ਫਿਰ ਪ੍ਰੋਗਰਾਮ ਦੇ ਬਾਰੇ ਫੈਸਲਾ ਕੀਤਾ ਜਾਵੇਗਾ। ਦੱਸਣਾ ਬਣਦਾ ਹੈ ਕਿ ਕੇਂਦਰ ਸਰਕਾਰ ਦੇ ਖੇਤੀ ਕਾਨੂੰਨਾਂ ਦੀ ਖਿਲਾਫਤ ਕਰ ਰਹੇ ਕਿਸਾਨਾਂ ਨੇ ਹਰਿਆਣੇ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟੜ ਦਾ ਰੋਹਤਕ ਦੇ ਵਿੱਚ ਘਿਰਾਓ ਕਰਨ ਦਾ ਯਤਨ ਕੀਤਾ। ਇਸੇ ਦੌਰਾਨ ਕਿਸਾਨਾਂ ਤੇ ਪੁਲਿਸ ਦੇ ਵਿੱਚ ਝੜਪ ਹੋ ਗਈ। ਪੁਲਿਸ ਵੱਲੋਂ ਕੀਤੇ ਗਏ ਲਾਠੀ ਚਾਰਜ ਦੇ ਵਿੱਚ ਕੁਝ ਕਿਸਾਨ ਫੱਟੜ ਹੋ ਗਏ ਅਤੇ ਪੁਲਿਸ ਨੇ ਬਜ਼ੁਰਗਾਂ ਨੂੰ ਵੀ ਨਹੀਂ ਬਖਸ਼ਿਆ। ਜ਼ਖਮੀ ਕਿਸਾਨਾਂ ਵਿੱਚ 80-80 ਸਾਲ ਦੇ ਬਜ਼ੁਰਗ ਵੀ ਨੇ। ਕਿਸਾਨਾਂ ਦੇ ਵਿਰੋਧ ਦੇ ਮੱਦੇਨਜ਼ਰ ਪੁਲਿਸ ਨੇ ਮੁੱਖ ਮੰਤਰੀ ਦਾ ਹੈਲੀਕਾਪਟਰ ਰੋਹਤਕ ਪੁਲਿਸ ਲਾਈਨ ਏਰੀਏ ਦੇ ਵਿੱਚ ਉਤਾਰਿਆ। ਉਧਰ ਇਸ ਘਟਨਾ ਤੋਂ ਬਾਅਦ ਕਿਸਾਨਾਂ ਦਾ ਰੋਹ ਹੋਰ ਵੱਧ ਗਿਆ, ਜਿਹਨੂੰ ਵੇਖਦੇ ਹੋਏ ਮੁੱਖ ਮੰਤਰੀ ਦਾ ਸੋਨੀਪਤ ਦਾ ਆਮਲੀ ਪਿੰਡ ਵਿੱਚ ਹੋਣ ਵਾਲਾ ਪ੍ਰੋਗਰਾਮ ਰੱਦ ਕੀਤਾ ਗਿਆ। ਦੱਸਣਯੋਗ ਹੈ ਕਿ ਮੁੱਖ ਮੰਤਰੀ ਦੀ ਰੋਹਤਕ ਆਮਦ ਦੀ ਜਾਣਕਾਰੀ ਮਿਲਦੇ ਹੀ ਕਿਸਾਨ ਹੈਲੀਪੈਡ ਵਾਲੀ ਥਾਂ ਦਾ ਘਿਰਾਓ ਕਰਨ ਪਹੁੰਚ ਗਏ। ਉਹਨਾਂ ਮੁੱਖ ਮੰਤਰੀ ਨੂੰ ਕਾਲੇ ਝੰਡੇ ਦਿਖਾਏ ਅਤੇ ਕੇਂਦਰ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕੀਤੀ। ਮਨੋਹਰ ਲਾਲ ਖੱਟੜ ਦਾ ਵਿਰੋਧ ਕਰਦਿਆਂ ਇੱਕ ਬਜ਼ੁਰਗ ਔਰਤ ਰੋਸ ਦਰਜ ਕਰਵਾਉਂਦਿਆਂ ਪੁਲਿਸ ਦੀ ਬੱਸ ਦੇ ਉੱਤੇ ਚੜ੍ਹ ਗਈ ਅਤੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਕਰਨ ਲੱਗੀ। ਪੁਲਿਸ ਨੇ ਕਾਫੀ ਜਦੋਜਹਿਦ ਤੋਂ ਬਾਅਦ ਔਰਤ ਨੂੰ ਬੱਸ ਤੋਂ ਥੱਲੇ ਉਤਾਰਿਆ। ਇਸ ਤੋਂ ਪਹਿਲਾਂ ਕਿਸਾਨਾਂ ਦੇ ਵਿਰੋਧ ਕਾਰਨ 1.5 ਘੰਟੇ ਦੇ ਵਿੱਚ 2 ਵਾਰ ਹੈਲੀਕਾਪਟਰ ਦੀ ਲੈਂਡਿੰਗ ਦਾ ਫੈਸਲਾ ਬਦਲਣਾ ਪਿਆ। ਅਖੀਰ ਪੁਲਿਸ ਲਾਈਨ ਦੇ ਵਿੱਚ ਲੈਂਡਿੰਗ ਕੀਤੀ ਗਈ। ਕਿਸਾਨ ਆਗੂਆਂ ਦਾ ਕਹਿਣਾ ਸੀ ਕਿ ਉਹ ਸ਼ਾਂਤਮਈ ਪ੍ਰਦਰਸ਼ਨ ਕਰਨ ਆਏ ਸਨ, ਪਰ ਪੁਲਿਸ ਵੱਲੋਂ ਲਾਠੀਚਾਰਜ ਕਰਨ ਦੇ ਉੱਤੇ ਕਿਸਾਨਾਂ ਨੇ ਵੀ ਵਿਰੋਧ ਦੇ ਵਿੱਚ ਪਥਰਾਅ ਕੀਤਾ। ਜ਼ਿਕਰਯੋਗ ਹੈ ਕਿ ਉਪ ਮੁੱਖ ਮੰਤਰੀ ਦੁਸ਼ਯੰਤ ਚੌਟਾਲਾ ਦਾ ਉਚਾਣਾ ਤੇ ਹਿਸਾਰ ਖੇਤਰ ਵਿੱਚ ਕਿਸਾਨਾਂ ਨੇ ਵਿਰੋਧ ਕੀਤਾ ਸੀ। ਇਸ ਤੋਂ ਇਲਾਵਾ ਭਾਜਪਾ ਦੇ ਹੋਰਨਾਂ ਆਗੂਆਂ ਦਾ ਹਰਿਆਣੇ ਤੇ ਪੰਜਾਬ ਦੇ ਵਿੱਚ ਲਗਾਤਾਰ ਵਿਰੋਧ ਜਾਰੀ ਹੈ। ਇਸ ਖਬਰ ਦੇ ਉੱਤੇ ਟਿੱਪਣੀ ਕਰ ਰਿਹਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਸੰਵੇਦਨਸ਼ੀਲ ਮਨੁੱਖ ਇੱਕ ਵਾਰ ਅੱਖ ਦੇ ਇਸ਼ਾਰੇ ਨੂੰ ਸਮਝ ਜਾਂਦਾ, ਇੱਕ ਵਾਰ ਦੀ ਸੈਨਤ ਨੂੰ ਸਮਝ ਜਾਂਦਾ, ਪਰ ਇਹ ਸਾਡੇ ਭਾਰਤ ਦੀ ਸਰਕਾਰ ਹੀ ਆ ਜਿਹੜੀ ਕਿ ਕਹੇ ਦੇ ਉੱਤੇ ਵੀ ਤੇ ਲਗਭਗ 4.5 ਮਹੀਨੇ ਹੋ ਚੱਲੇ ਆ ਕਿਸਾਨਾਂ ਦੀ ਕਹਿਣੀ ਨੂੰ ਸਮਝ ਕੇ ਰਾਜ਼ੀ ਨਹੀਂ।
ਇਹਨਾਂ ਨੂੰ ਪਤਾ ਨਹੀਂ ਹੋਰ ਕਿੰਨੇ ਲੋਕਾਂ ਦੀ ਜਾਨ ਚਾਹੀਦੀ ਆ। 300 ਦੇ ਕਰੀਬ ਕਿਸਾਨ ਆ ਜਿਹੜੇ ਉਹ ਮੌਤ ਦੀ ਬੁੱਕਲ ਦੇ ਵਿੱਚ ਚਲੇ ਗਏ, ਸ਼ਹੀਦ ਹੋ ਗਏ ਆ। ਪਰ ਕੇਂਦਰ ਦੀ ਸਰਕਾਰ ਦੇ ਮੰਤਰੀ ਕਹਿੰਦੇ ਸਾਡੇ ਕੋਲੇ ਕੋਈ ਜਾਣਕਾਰੀ ਨਹੀਂ ਕਿ ਕਿਸਾਨ ਕਿੰਨੇ ਮਰ ਗਏ ਤੇ ਕਿੰਨੇ ਨਹੀਂ ਮਰ ਗਏ। ਕੇਂਦਰ ਦੇ ਮੰਤਰੀ ਇਹ ਗੱਲ ਕਹਿੰਦੇ ਲੋਕ ਸਭਾ ਦੇ ਵਿੱਚ ਕਿ ਅਸੀਂ ਕੋਈ ਦਵਾਨੀ ਨਹੀਂ ਦੇਣੀ ਕਿਸਾਨਾਂ ਦੇ ਟੱਬਰਾਂ ਨੂੰ, ਕਿਉਂਕਿ ਇਹ ਕਿਹੜਾ ਸਾਡੇ ਕਹਿਣ ਤੇ ਬੈਠੇ ਆ, ਇਹ ਮਰਜ਼ੀ ਮੁਤਾਬਕ ਬੈਠੇ ਆ। ਇੱਥੇ ਬਹੁਤ ਸਾਰੇ ਬੀਜੇਪੀ ਦੇ ਆਗੂ ਕਹਿੰਦੇ ਵੀ ਕਿਸਾਨ ਆ ਜਿਹੜੇ ਉਹ ਸਵੈ ਇੱਛਾ ਦੇ ਮੁਤਾਬਕ ਮਰ ਰਹੇ ਆ, ਉਹਨਾਂ ਨੇ ਸੋਚਿਆ ਹੀ ਇਹ ਆ, ਇਹ ਘਰ ਬੈਠੇ ਵੀ ਮਰ ਜਾਣੇ ਸੀ, ਇਹ ਬਾਰਡਰ ਤੇ ਬੈਠੇ ਵੀ ਮਰ ਰਹੇ ਆ। ਇਹ ਸਾਡੇ ਚੁਣੇ ਹੋਏ ਨੁਮਾਇੰਦਿਆਂ ਦੀ ਸੋਚ ਆ। ਤੇ ਹਾਲੇ ਇਹ ਗੱਲ ਕਹੀ ਜਾਂਦੀ ਹੈ ਜੀ ਕਿ ਅਸੀਂ ਚਮਤਕਾਰ ਕਰਾਂਗੇ, ਅਸੀਂ ਪੰਜਾਬ ਦੇ ਵਿੱਚ ਵੀ ਸਰਕਾਰ ਬਣਾਵਾਂਗੇ। ਲੋੜ ਇਸ ਵਕਤ ਇਸ ਗੱਲ ਦੀ ਹੈ ਕਿ ਸਰਕਾਰ ਬਣਾਉਣ ਦੀ ਥਾਂ ਦੇ ਉੱਤੇ ਕਿਸਾਨ ਦੀ ਹਾਲਤ ਨੂੰ ਸਮਝਿਆ ਜਾਵੇ। ਕਿਸਾਨ ਇਸ ਵਕਤ ਵਿਰ-ਵਿਰ ਕਰ ਰਹੇ ਆ, ਕਿਸਾਨ ਇਸ ਵਕਤ ਤੁਹਾਡੇ ਮੂਹਰੇ ਸਵਾਲ ਖੜੇ ਕਰ ਰਹੇ ਆ। ਕਿਸਾਨਾਂ ਦੇ ਸਵਾਲਾਂ ਦਾ ਉੱਤਰ ਦੇਣ ਦੀ ਥਾਂ ਦੇ ਉੱਤੇ ਜਿਹੜੇ ਮੰਤਰੀ ਦੇ ਮੂਹਰੇ, ਜਿਹੜੇ ਬੀਜੇਪੀ ਦੇ ਸੰਸਦ ਮੈਂਬਰ ਦੇ ਮੂਹਰੇ ਅਸੀਂ ਸਵਾਲ ਕਰਦੇ ਹਾਂ, ਉਹ ਕਹਿੰਦੇ ਜੀ ਕਿਸਾਨਾਂ ਨੂੰ ਗੱਲਬਾਤ ਲਈ ਅੱਗੇ ਆਉਣਾ ਚਾਹੀਦਾ। ਉਹ ਤਾਂ ਗੱਲਬਾਤ ਦੇ ਲਈ ਬਾਰਡਰ ਦੇ ਉੱਤੇ ਬੈਠੇ ਆ। ਜਾਂ ਤਾਂ ਤੁਸੀਂ ਬਾਰਡਰ ਤੇ ਚਲੇ ਜਾਓ ਤੇ ਜਾਂ ਫਿਰ ਬਾਰਡਰ ਤੇ ਬੈਠੇ ਆਗੂਆਂ ਨੂੰ ਤੁਸੀਂ ਕਹੋ ਜੀ ਕਿ ਇੰਨੀ ਤਰੀਕ ਨੂੰ ਇੰਨੇ ਵਜੇ ਫਲਾਣੀ ਥਾਂ ਦੇ ਉੱਤੇ ਆਓ। ਤੁਸੀਂ ਮਿਲਣ ਦਾ ਮੌਕਾ ਵੀ ਨਹੀਂ ਦਿੰਦੇ ਤੇ ਇਹ ਵੀ ਗੱਲ ਕਹਿੰਦੇ ਵੀ ਕਿਸਾਨ ਬਾਤਚੀਤ ਕੇ ਲਈ ਆਗੇ ਆਏ। ਸੋ ਕਿਸਾਨ ਡਟੇ ਹੋਏ ਆ, ਕਿਸਾਨ ਪੂਰੇ ਰੋਹ ਦੇ ਵਿੱਚ ਹੈ ਤੇ ਇਹ ਜਿਹੜਾ ਰੋਹ ਆ ਕਿਸਾਨਾਂ ਦਾ, ਇਹ ਹੌਲੀ ਹੌਲੀ ਬਹੁਤ ਵੱਡੇ ਭਾਂਬੜ ਦੇ ਰੂਪ ਦੇ ਵਿੱਚ ਤਬਦੀਲ ਹੁੰਦਾ ਜਾ ਰਿਹਾ। ਇਹ ਪਹਿਲਾ ਐਸਾ ਅੰਦੋਲਨ ਆ ਜਿਹੜਾ ਇੰਨਾ ਲੰਮਾ ਸਮਾਂ ਚੱਲ ਰਿਹਾ। ਨਗੋਚ ਕੱਢਣ ਵਾਲੇ 3600 ਨਗੋਚ ਕੱਢਦੇ ਹੁੰਦੇ ਆ, ਉਹਦੀ ਪਰਵਾਹ ਨਹੀਂ ਕਰਨੀ ਚਾਹੀਦੀ। ਪਰ ਜੋ ਹਕੀਕਤ ਹੈ ਉਹ ਇਹੀ ਹੈ ਕਿ ਨਾ ਤਾਂ ਦੁਨੀਆ ਦੇ ਵਿੱਚ ਕਦੇ ਇੰਨਾ ਲੰਮਾ ਕੋਈ ਅੰਦੋਲਨ ਚੱਲਿਆ, ਨਾ ਹੀ ਉਹ ਇੰਨੀ ਵੱਡੀ ਗਿਣਤੀ ਦੇ ਵਿੱਚ ਲੋਕਾਂ ਦੀ ਹਾਜ਼ਰੀ 'ਚ ਚੱਲਿਆ, ਨਾ ਹੀ ਇੰਨਾ ਸ਼ਾਂਤਮਈ ਹੋ ਕੇ ਚੱਲਿਆ। ਇਹਨਾਂ ਕਿਸਾਨਾਂ ਵਰਗਾ ਕੌਣ ਆ ਜਿਨ੍ਹਾਂ ਦੇ ਉੱਤੇ ਡਲੇ ਵੱਜਦੇ ਆ ਤੇ ਉਹ ਫੇਰ ਵੀ ਬੈਠੇ ਆ, ਉਹ ਵਾਹਿਗੁਰੂ ਵਾਹਿਗੁਰੂ ਕਰ ਰਹੇ ਆ। ਤੇ ਜਿਨ੍ਹਾਂ ਨੇ ਡਲੇ ਮਾਰੇ ਆ ਤੇ ਉਹਨਾਂ ਨੂੰ ਸ਼ਾਬਾਸ਼ ਦੇ ਕੇ ਤੇ ਜਿਹੜੇ ਸਤਨਾਮ ਵਾਹਿਗੁਰੂ ਕਰਨ ਵਾਲੇ ਆ ਉਹਨਾਂ ਦੇ ਉੱਤੇ ਲਾਠੀ ਚਾਰਜ ਹੁੰਦਾ। ਕਿਸਾਨ ਇਸ ਵਕਤ ਸਬਰ, ਸਿਰੜ ਤੇ ਸਿਦਕ ਦਾ ਸਬੂਤ ਦੇ ਰਹੇ ਆ। ਬਾਕੀ ਵੇਖੋ ਕੀ ਬਣਦਾ ਕੀ ਨਹੀਂ ਬਣਦਾ। ਪਰ ਜਿਹੜੇ ਲੋਕ ਨਿਰਾਸ਼ਾਵਾਦੀ ਗੱਲਾਂ ਕਰਦੇ ਆ ਉਹਨਾਂ ਨੂੰ ਥੋੜਾ ਜਿਹਾ ਆਸ਼ਾਵਾਦੀ ਹੋਣਾ ਚਾਹੀਦਾ। ਪਿਛਲੇ ਦਿਨੀ ਅਬੋਹਰ ਤੋਂ ਬੀਜੇਪੀ ਦੇ ਵਿਧਾਇਕ ਅਰੁਣ ਨਾਰੰਗ ਹੋਰਾਂ ਦੀ ਕੁੱਟਮਾਰ ਹੋਈ, ਮਲੋਟ ਦੇ ਵਿੱਚ ਮਾੜਾ ਹੋਇਆ। ਅਸੀਂ ਉਸ ਦਿਨ ਵੀ ਇਹ ਗੱਲ ਕਹੀ ਸੀ, ਅੱਜ ਵੀ ਇਹ ਗੱਲ ਕਹਿੰਦੇ ਆ ਕਿ ਇੱਦਾਂ ਲੋਕਤੰਤਰ ਦੇ ਵਿੱਚ ਨਹੀਂ ਕਰਨਾ ਚਾਹੀਦਾ। ਇਹ ਬਹੁਤ ਮਾੜੀ ਗੱਲ ਹੈ, ਇਹ ਕੋਈ ਸਾਡਾ ਹੱਕ ਨਹੀਂ ਬਣਦਾ। ਜੇਕਰ ਬੀਜੇਪੀ ਦੇ ਆਗੂ ਗੁੰਡਾਗਰਦੀ ਕਰਨ ਉਹ ਵੀ ਮਾੜੀ ਗੱਲ ਹੈ, ਜੇਕਰ ਕਿਸਾਨ ਕਿਸੇ ਦੇ ਉੱਤੇ ਨਜਾਇਜ਼ ਕੁੱਟਮਾਰ ਕਰਨ ਇਹ ਵੀ ਮਾੜੀ ਗੱਲ ਹੈ। ਸਾਡੇ ਸਵਾਲ ਇੰਨੇ ਤਿੱਖੇ ਮਜ਼ਬੂਤ ਹੋਣੇ ਚਾਹੀਦੇ ਆ, ਕਰੜੇ ਹੋਣੇ ਚਾਹੀਦੇ ਆ ਕਿ ਸਾਹਮਣੇ ਖੜਾ ਨੇਤਾ ਜਿਹੜਾ ਉਹ ਆਪ ਹੀ ਕਹਿਣ ਲੱਗ ਜੇ ਜੀ ਕਿ ਮੈਂ ਤੁਹਾਡੇ ਵਾਲੇ ਪਾਸੇ ਆ, ਜਾਂ ਮੇਰੇ ਹੱਥ ਖੜੇ ਆ, ਜਾਂ ਮੇਰੀ ਮਜਬੂਰੀ ਹੈ, ਮੈਂ ਬੋਲ ਨਹੀਂ ਸਕਦਾ। ਪਰ ਅਸੀਂ ਕਿਸੇ ਨੂੰ ਕੁੱਟ ਕੇ ਮਨਾ ਨਹੀਂ ਸਕਦੇਗੇ। ਉਸ ਤੋਂ ਅਗਲੀ ਗੱਲ ਇਹ ਆ ਵੀ ਜਦੋਂ ਬੀਜੇਪੀ ਦੇ ਕੁਝ ਸਮਰਥਕਾਂ ਦੇ ਵੱਲੋਂ, ਕੁਝ ਬਦਮਾਸ਼ਾਂ ਦੇ ਵੱਲੋਂ ਜਿਨ੍ਹਾਂ ਦੇ ਉੱਤੇ ਦੋਸ਼ ਲਾਇਆ ਜਾਂਦਾ ਟਕੈਤ ਤੇ ਕੁਝ ਹੋਰਨਾਂ ਆਗੂਆਂ ਦੇ ਵੱਲੋਂ, ਜਦੋਂ ਉਹ ਟਕੈਤ ਦੇ ਉੱਤੇ ਹਮਲਾ ਕਰਦੇ ਅਲਵਰ ਖੇਤਰ ਦੇ ਵਿੱਚ, ਇਹ ਵੀ ਲੋਕਤੰਤਰ ਦਾ ਘਾਣ ਆ। ਜਦੋਂ ਬਾਰਡਰਾਂ ਦੇ ਉੱਤੇ ਬੈਠੇ ਕਿਸਾਨਾਂ ਦੇ ਉੱਤੇ ਆ ਕੇ ਆਂਢ ਗੁਆਂਢ ਦੇ ਗੁੰਡੇ ਡਲੇ ਮਾਰਦੇ ਆ, ਉਹ ਵੀ ਲੋਕਤੰਤਰ ਦਾ ਘਾਣ ਆ। ਜਦੋਂ ਕਿਸਾਨ ਸ਼ਾਂਤਮਈ ਤਰੀਕੇ ਨਾਲ ਅੱਗੇ ਜਾਂਦੇ ਆ ਤੇ ਉਹਨਾਂ ਦੇ ਉੱਤੇ ਪਾਣੀ ਦੀਆਂ ਬੁਛਾੜਾਂ ਸਿਆਲ ਮਹੀਨੇ 'ਚ ਵੱਜਦੀਆਂ, ਉਹ ਵੀ ਲੋਕਤੰਤਰ ਦਾ ਘਾਣ ਆ। ਸੋ ਲੋਕਤੰਤਰ ਦਾ ਘਾਣ ਕਰਨ ਦੀ ਆਗਿਆ ਕਿਸੇ ਨੂੰ ਵੀ ਨਹੀਂ ਹੋਣੀ ਚਾਹੀਦੀ। ਸਾਡਾ ਭਾਰਤ ਦੇਸ਼ ਮਹਾਨ ਹੈ, ਸੀ ਤੇ ਰਹੇਗਾ ਤੇ ਅਸੀਂ ਤਿਰੰਗੇ ਦਾ ਸਨਮਾਨ ਕਰਦੇ ਹਾਂ। ਪਰ ਤਿਰੰਗੇ ਦੀ ਆੜ ਦੇ ਵਿੱਚ ਖੇਤਾਂ ਦੇ ਰਾਜੇ ਨੂੰ, ਜਿਹੜਾ ਕਿ ਮਿੱਟੀ ਦੇ ਵਿੱਚ ਮਿੱਟੀ ਹੁੰਦਾ, ਉਹਨੂੰ ਬਦਨਾਮ ਵੀ ਨਹੀਂ ਕਰਨਾ ਚਾਹੀਦਾ। ਹੁਣ ਇੱਕ ਜਾਣਕਾਰੀ ਆਈ ਹੈ ਵੀ ਮਲੋਟ ਵਾਲੇ ਕਾਂਡ ਤੋਂ ਬਾਅਦ ਬਹੁਤ ਸਾਰੇ ਕਿਸਾਨਾਂ ਦੇ ਉੱਤੇ ਪੁਲਿਸ ਦੇ ਵੱਲੋਂ ਅਤਿਆਚਾਰ ਸ਼ੁਰੂ ਕਰ ਦਿੱਤਾ ਗਿਆ। ਫੜੋ ਫੜੀ ਦਾ ਸਿਲਸਿਲਾ ਜਾਰੀ ਹੈ। ਪਰ ਕਿਸਾਨ ਜਥੇਬੰਦੀਆਂ ਦੇ ਸੱਦੇ ਦੇ ਉੱਤੇ ਹਰ ਰੋਜ਼ ਕਈ ਕਿਸਾਨ ਆ ਜਿਹੜੇ ਉਹ ਇਨਕਲਾਬ ਜ਼ਿੰਦਾਬਾਦ ਦੇ ਨਾਅਰੇ ਲਾਉਂਦੇ ਆ, ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ ਦੇ ਨਾਅਰੇ ਲਾਉਂਦੇ ਆ, ਖੁਦ ਹੀ ਗ੍ਰਿਫਤਾਰੀਆਂ ਦੇਣ ਦੇ ਲਈ ਪਹੁੰਚ ਜਾਂਦੇ ਕਿ ਤੁਸੀਂ ਬੰਦੇ ਫੜਦੇ ਆ, ਰਜਿਸਟਰਾਂ ਦੇ ਵਿੱਚ ਨਾਂ ਚਾੜਦੇ ਵੀ ਆਹ ਵੀ ਫੜ ਲਿਆ, ਆਹ ਵੀ ਫੜ ਲਿਆ, ਉਹਨੂੰ ਵੀ ਫੜ ਲਿਆ, ਉਹਨੂੰ ਵੀ ਫੜ ਲਿਆ, ਆ ਲਓ ਸਾਨੂੰ ਗ੍ਰਿਫਤਾਰ ਕਰ ਲਓ। ਕੱਲ੍ਹ ਵੀ 5 ਕਿਸਾਨਾਂ ਨੇ ਆਪਦੀ ਗ੍ਰਿਫਤਾਰੀ ਦਿੱਤੀ ਹੈ। ਪਹਿਲਾਂ ਇਸ ਰਿਪੋਰਟ ਦਾ ਵੇਰਵਾ ਬਾਅਦ ਵਿੱਚ ਕਰਾਂਗੇ ਟਿੱਪਣੀ। ਮਲੋਟ ਵਿਖੇ ਭਾਜਪਾ ਵਿਧਾਇਕ ਦੀ ਕੁੱਟਮਾਰ ਦੇ ਮਾਮਲੇ ਦੇ ਵਿੱਚ ਲੰਘੇ ਕੱਲ੍ਹ 5 ਹੋਰ ਕਿਸਾਨਾਂ ਨੇ ਪੁਲਿਸ ਕੋਲ ਗ੍ਰਿਫਤਾਰੀ ਦਿੱਤੀ ਹੈ, ਜਿਹਦੇ ਨਾਲ ਗ੍ਰਿਫਤਾਰ ਕਿਸਾਨਾਂ ਦੀ ਗਿਣਤੀ 30 ਹੋ ਗਈ ਹੈ। ਲੰਘੀ 27 ਮਾਰਚ ਨੂੰ ਮਲੋਟ ਦੇ ਵਿੱਚ ਅਰੁਣ ਨਾਰੰਗ ਦੇ ਕੱਪੜੇ ਲਾਹੁਣ ਤੇ ਮਾਰ ਕੁਟਾਈ ਕਰਨ ਦੇ ਮਾਮਲੇ ਵਿੱਚ ਨਾਮਜ਼ਦ ਵਿਅਕਤੀਆਂ ਦੀ ਗ੍ਰਿਫਤਾਰੀ ਲਈ ਪੁਲਿਸ ਵੱਲੋਂ ਸ਼ੁਰੂ ਛਾਪੇਮਾਰੀ ਦੇ ਉਲਟ ਸੰਯੁਕਤ ਕਿਸਾਨ ਮੋਰਚੇ ਦੇ ਫੈਸਲੇ ਤੇ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰਾ ਵੱਲੋਂ ਇਸ ਐਕਸ਼ਨ ਵਿੱਚ ਸ਼ਾਮਲ ਕਿਸਾਨਾਂ ਨੂੰ ਖੁਦ ਹੀ ਪੁਲਿਸ ਕੋਲ ਪੇਸ਼ ਕਰਨ ਦੀ ਸ਼ੁਰੂਆਤ ਕਰ ਦਿੱਤੀ ਗਈ ਤਾਂ ਜੋ ਪੁਲਿਸ ਨਜਾਇਜ਼ ਕਿਸੇ ਨੂੰ ਤੰਗ ਪਰੇਸ਼ਾਨ ਨਾ ਕਰੇ। ਇਹਦੇ ਤਹਿਤ 21 ਕਿਸਾਨਾਂ ਨੇ ਖੁਦ ਨੂੰ ਪੁਲਿਸ ਕੋਲ ਪੇਸ਼ ਕਰ ਦਿੱਤਾ, ਜਿਸ ਨਾਲ ਪਹਿਲਾਂ ਗ੍ਰਿਫਤਾਰ ਕੀਤੇ 4 ਕਿਸਾਨਾਂ ਸਮੇਤ ਗ੍ਰਿਫਤਾਰ ਕਿਸਾਨਾਂ ਦੀ ਗਿਣਤੀ 25 ਹੋ ਗਈ। ਲੰਘੇ ਕੱਲ੍ਹ ਸਿੱਧੂਪੁਰਾ ਯੂਨੀਅਨ ਦੇ ਪੰਜਾਬ ਪ੍ਰਧਾਨ ਜਗਜੀਤ ਸਿੰਘ ਡੱਲੇਵਾਲ ਦੀ ਅਗਵਾਈ ਹੇਠ 5 ਕਿਸਾਨਾਂ ਲਖਨਪਾਲ ਸ਼ਰਮਾ ਆਲਮਵਾਲਾ, ਕੁਲਵਿੰਦਰ ਸਿੰਘ ਦਾਨੇਵਾਲਾ, ਕੁਲਦੀਪ ਸਿੰਘ ਈਨਾਖੇੜੀ ਤੋਂ ਇਲਾਵਾ ਜਸਮੇਲ ਸਿੰਘ ਤੇ ਸੰਦੀਪ ਸਿੰਘ ਨੇ ਖੁਦ ਨੂੰ ਪੁਲਿਸ ਦੇ ਕੋਲੇ ਪੇਸ਼ ਕੀਤਾ। ਇਹਨਾਂ ਨੇ ਇਹ ਗੱਲ ਕਹੀ ਕਿ ਜੇਕਰ ਪੁਲਿਸ ਨੇ ਅਤਿਆਚਾਰ ਕਰਨਾ ਸਾਡੇ ਉੱਤੇ ਕਰ ਲਵੇ, ਪਰ ਕਿਸੇ ਵੀ ਕਿਸਾਨ ਨੂੰ ਪੁਲਿਸ ਨਜਾਇਜ਼ ਤੰਗ ਪਰੇਸ਼ਾਨ ਨਾ ਕਰੇ। ਇਸ ਖਬਰ ਦੇ ਉੱਤੇ ਟਿੱਪਣੀ ਕਰਨਾ ਦੋਸਤੋ, ਪਹਿਲੀ ਗੱਲ ਤਾਂ ਅਸੀਂ ਕਹਾਂਗੇ ਕਿ ਮਲੋਟ ਕਾਂਡ ਤੋਂ ਬਾਅਦ ਬਹੁਤ ਸਾਰੇ ਪਰਿਵਾਰ ਇਹੋ ਜਿਹੇ ਸਾਹਮਣੇ ਆਏ ਜਿਨ੍ਹਾਂ ਨੇ ਕਿਹਾ ਜੀ ਕਿ ਜਿਨ੍ਹਾਂ ਨੂੰ ਸਾਡੇ ਪਰਿਵਾਰ ਦੇ ਜੀਆਂ ਨੂੰ ਪੁਲਿਸ ਨੇ ਗ੍ਰਿਫਤਾਰ ਕੀਤਾ ਉਹ ਤਾਂ ਉਸ ਦਿਨ ਮਲੋਟ ਦੇ ਵਿੱਚ ਹੈ ਹੀ ਨਹੀਂ ਸੀ,
ਕਿਸੇ ਨੌਜਵਾਨ ਦੀ ਮਾਂ ਨੇ ਇਹ ਗੱਲ ਕਹੀ ਜੀ ਕਿ ਮੇਰਾ ਮੁੰਡਾ ਤਾਂ ਫੈਕਟਰੀ 'ਚ ਕੰਮ ਕਰਨ ਗਿਆ ਸੀ। ਕਿਸੇ ਪੁੱਤ ਦੇ ਵੱਲੋਂ ਇਹ ਗੱਲ ਕਹੀ ਗਈ ਕਿ ਮੇਰਾ ਤਾਂ ਬਾਪੂ 80 ਸਾਲ ਦਾ ਬਜ਼ੁਰਗ ਆ, ਅੱਖਾਂ ਤੋਂ ਦਿਸਦਾ ਨਹੀਂ, ਗੋਡਾ ਦੁਖਦਾ, ਉਹਦਾ ਗੋਡੇ ਬਦਲਵਾਏ ਆ। ਉਹ ਤੁਰਨ ਤੋਂ ਵਿਚਾਰਾ ਉਹ ਹਮੇਸ਼ਾ ਆਵਾਜ਼ਾਰ ਰਹਿੰਦਾ, ਪਰ ਉਹਨੇ ਵਿਧਾਇਕ ਨੂੰ ਕਿੱਥੇ ਕੁੱਟਣਾ ਸੀ। ਪਰ ਪੁਲਿਸ ਦੇ ਕੋਲੇ ਨਾ ਉਹਨਾਂ ਦੇ ਬਾਬਤ ਕੋਈ ਸਬੂਤ ਆ, ਕਈਆਂ ਦੇ ਬਾਬਤ ਨਾ ਕੋਈ ਵੀਡੀਓ ਆ, ਨਾ ਕੋਈ ਫੋਟੋ ਆ, ਨਾ ਕੋਈ ਚਸ਼ਮਦੀਦ ਆ, ਨਾ ਪੁਲਿਸ ਨੇ ਆਪ ਦੇਖਿਆ, ਪਰ ਫਿਰ ਵੀ ਗ੍ਰਿਫਤਾਰ ਕੀਤੇ ਜਾ ਰਹੇ ਆ। ਜਿਹਦੇ ਕਰਕੇ ਸਿੱਧੂਪੁਰ ਇਕਾਈ ਦੇ ਵੱਲੋਂ ਡੱਲੇਵਾਲ ਤੇ ਉਹਨਾਂ ਦੇ ਬਾਕੀ ਸਾਥੀਆਂ ਦੇ ਵੱਲੋਂ ਜੋ ਇਹ ਸੁਨੇਹਾ ਲਾਇਆ ਗਿਆ, ਉਹਦੇ ਤਹਿਤ ਕਿਸਾਨ ਖੁਦ ਹੀ ਗ੍ਰਿਫਤਾਰੀਆਂ ਦੇਣ ਵਾਸਤੇ ਪਹੁੰਚ ਰਹੇ ਆ। ਇਹ ਇੱਕ ਸ਼ਰਮ ਦੇਣ ਦੀ ਕੋਸ਼ਿਸ਼ ਵੀ ਹੈ ਸਰਕਾਰ ਨੂੰ ਤੇ ਪੁਲਿਸ ਨੂੰ, ਤੇ ਇਹ ਵੀ ਦੱਸਣ ਦੇ ਲਈ ਬਹੁਤ ਵੱਡੀ ਗੱਲ ਹੈ ਕਿ ਅਸੀਂ ਏਕਤਾ ਦੇ ਵਿੱਚ ਇੰਨੇ ਗੁੱਝੇ ਹੋਏ ਹਾਂ, ਅਸੀਂ ਏਕਤਾ ਦੇ ਵਿੱਚ ਇੰਨੇ ਵੱਜੇ ਹੋਏ ਹਾਂ ਕਿ ਤੁਸੀਂ ਇਹਨਾਂ ਨੂੰ ਗ੍ਰਿਫਤਾਰ ਕਰਦੇ, ਤੰਗ ਕਰਦੇ, ਸਾਨੂੰ ਗ੍ਰਿਫਤਾਰ ਕਰ ਲਓ, ਸਾਡੇ ਉੱਤੇ ਅਤਿਆਚਾਰ ਕਰ ਲਓ, ਪਰ ਇਹਨਾਂ ਨੂੰ ਕੁਝ ਨਾ ਕਹੋ। ਸੋ ਮੇਰੇ ਖਿਆਲ ਦੇ ਮੁਤਾਬਕ ਇਸ ਵਕਤ ਲੜਾਈ ਕਈ ਪਾਸੇ ਲੜਨੀ ਪੈ ਰਹੀ ਹੈ, ਸੂਬਾਈ ਸਰਕਾਰ ਦੇ ਖਿਲਾਫ ਵੀ, ਕੇਂਦਰ ਦੀ ਸਰਕਾਰ ਦੇ ਖਿਲਾਫ ਵੀ, ਹੋਰ ਵੀ ਬੜਾ ਕੁਝ ਅੰਦਰ ਖਾਤੇ ਹੋ ਰਿਹਾ। ਇੱਕ ਦੂਜੇ ਨੂੰ ਪਾੜਨ ਦੀਆਂ ਕੋਸ਼ਿਸ਼ਾਂ ਚੱਲ ਰਹੀਆਂ, ਪਰ ਪਾਟਣ ਦੀ ਲੋੜ ਨਹੀਂ। ਇਸ ਵਕਤ ਏਕੇ ਦੇ ਵਿੱਚ ਬੱਝੇ ਰਹਿਣ ਦੀ ਲੋੜ ਹੈ। ਏਕੇ ਦੇ ਵਿੱਚ ਬੱਝੇ ਰਵਾਂਗੇ ਤਾਂ ਕੁਝ ਨਾ ਕੁਝ ਲੈ ਡਿੱਗਾਂਗੇ। ਨਹੀਂ ਤਾਂ ਸਾਡੇ ਪੰਜਾਬੀਆਂ ਦੀ ਇੱਕ ਆਦਤ ਆ, ਜੇਕਰ ਆਪਾਂ ਅਤੀਤ ਵੱਲ ਝਾਤ ਮਾਰ ਕੇ ਦੇਖੀਏ, ਅਸੀਂ ਕਿਸੇ ਵੀ ਲਹਿਰ ਨੂੰ ਬਹੁਤ ਸਿਖਰ ਦੇ ਉੱਤੇ ਲੈ ਜਾਂਦੇ ਹੁੰਦੇ ਆ, ਪਰ ਜਦੋਂ ਸਿਖਰ ਦੇ ਉੱਤੇ ਬਿਲਕੁਲ ਪਹੁੰਚਣ ਵਾਲੀ ਹੁੰਦੀ ਆ, ਉਦੋਂ ਅਸੀਂ ਆਪ ਹੀ ਉਹਨੂੰ ਡਿੱਗ ਲੈਂਦੇ ਹੁੰਦੇ ਆ, ਕਿਉਂਕਿ ਸਾਡੇ ਵਿੱਚ ਕੁਝ ਕੁ ਲੋਕ ਇਹੋ ਜਿਹੇ ਵੜ ਜਾਂਦੇ ਆ ਵੀ ਸਾਰਾ ਕੁਝ ਹੀ ਖੇਹ ਕਰਕੇ ਰੱਖ ਦਿੰਦੇ ਆ। ਐਤਕੀ ਨਤੀਜੇ ਬਹੁਤ ਸਵੱਲੇ ਆਉਣ, ਸੁਲੱਖਣੇ ਆਉਣ, ਇਹਦੀ ਅਸੀਂ ਕਾਮਨਾ ਕਰਦੇ ਹਾਂ ਤੇ ਕਿਸਾਨ ਜਿੱਤ ਕੇ ਘਰਾਂ ਨੂੰ ਪਰਤਣ, ਇਹਦੀ ਅਸੀਂ ਇੱਛਾ ਪਾਲਦੇ ਹਾਂ। ਖਬਰਾਂ ਦੋਸਤੋ ਕਈ ਹੋਰ ਵੀ ਸਨ, ਪਰ ਜੋ ਵਕਤ ਦੀ ਘਾਟ ਹੈ ਰੁਕਣ ਦਾ ਇਸ਼ਾਰਾ ਕਰ ਰਹੀ ਹੈ। ਕੱਲ੍ਹ ਨੂੰ ਇਸੇ ਵੇਲੇ ਖਬਰ ਦੀ ਖਬਰ ਲੈ ਕੇ ਫਿਰ ਹਾਜ਼ਰ ਹੋਵਾਂਗੇ। ਉਦੋਂ ਤੱਕ ਲਈ ਆਗਿਆ ਦਿਓ। ਬਹੁਤ ਬਹੁਤ ਮਿਹਰਬਾਨੀ।